ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਆਪਣਾ ਅੱਜ ਦਾ ਇਹ ਪ੍ਰੋਗਰਾਮ ਹੈ ਵੀਕਲੀ ਅਪਡੇਟਸ ਔਨ ਇਮੀਗ੍ਰੇਸ਼ਨ ਇਨ USA। ਇਹਦੇ ਵਿੱਚ ਜਿੱਥੇ ਆਪਾਂ ਅਮਰੀਕਾ ਦੀ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ ਉੱਥੇ ਤੁਹਾਡੇ ਨਾਲ ਸਵਾਲਾਂ ਦੇ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਸਾਡੇ ਸਾਰੇ ਪਲੇਟਫਾਰਮਾਂ 'ਤੇ ਸਾਨੂੰ ਬਹੁਤ ਲਾਈਕ ਕਰਦੇ ਹੋ, ਸਬਸਕ੍ਰਾਈਬ ਕਰਦੇ ਹੋ, ਸ਼ੇਅਰ ਕਰਦੇ ਹੋ। ਸਾਨੂੰ ਬਹੁਤ ਪੋਜ਼ਿਟਿਵ ਫੀਡਬੈਕ ਆਉਂਦਾ, ਉਹਦੇ ਨਾਲ ਸਾਡੀ ਜ਼ਿੰਮੇਵਾਰੀ ਮੇਰੀ ਤੇ ਮੇਰੀ ਟੀਮ ਦੀ ਹੋਰ ਬਣ ਜਾਂਦੀ ਆ ਕਿ ਅਸੀਂ ਹੋਰ ਜ਼ਿਆਦਾ ਬੈਟਰ ਜਿਹੜਾ ਹੈਗਾ ਉਹ ਤੁਹਾਡੀ ਸੇਵਾ ਕਰ ਸਕੀਏ, ਤੁਹਾਨੂੰ ਖਬਰਾਂ ਪਹੁੰਚਾ ਸਕੀਏ ਅਤੇ ਤੁਹਾਡੀ ਜਿੰਨੀ ਵੀ ਹੈਲਪ ਹੋ ਸਕੇ ਇਹਦੇ ਨਾਲ ਉਹ ਕਰੀਏ। ਤੋ ਇਹਦੇ ਵਿੱਚ ਜਿੱਥੇ ਖਬਰਾਂ ਦੀ ਆਪਾਂ ਗੱਲ ਕਰਦੇ ਹਾਂ ਉੱਥੇ ਸਵਾਲਾਂ ਦੇ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਹੁਣ ਜਿਹੜੇ ਪਲੇਟਫਾਰਮਸ 'ਤੇ ਅਸੀਂ ਹੈਗੇ ਆ ਉਹ ਹੈਗੇ ਆ ਜੀ YouTube 'ਤੇ ਆ, ਟਿਕਟੋਕ 'ਤੇ ਆ, ਇੰਸਟਾਗ੍ਰਾਮ 'ਤੇ ਆ, ਫੇਸਬੁੱਕ 'ਤੇ ਹੈਗੇ ਆ ਅਤੇ ਸਨੈਪਚੈਟ 'ਤੇ ਹੈਗੇ ਆ। ਸੋ ਇਹਨਾਂ ਸਾਰੇ ਪਲੇਟਫਾਰਮਾਂ 'ਤੇ ਤੁਸੀਂ ਜਾ ਕੇ ਸਾਨੂੰ ਦੇਖ ਸਕਦੇ ਹੋ ਅਤੇ ਤਕਰੀਬਨ ਅਪਡੇਟ ਅਸੀਂ ਟਿਕਟੋਕ 'ਤੇ, ਇੰਸਟਾਗ੍ਰਾਮ 'ਤੇ, ਸਨੈਪਚੈਟ 'ਤੇ, ਫੇਸਬੁੱਕ 'ਤੇ ਰੋਜ਼ ਕਰਦੇ ਹਾਂ ਅਤੇ ਜਿਹੜੀ YouTube ਹੈ ਉੱਥੇ ਅਸੀਂ ਵੀਕ ਦੇ ਵਿੱਚ 3 ਜਾਂ 4 ਵਾਰੀ ਇਹਨੂੰ ਅਪਡੇਟ ਕਰਦੇ ਹਾਂ। ਸੋ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਜਿਹੜੀ ਗੱਲ ਕਰਾਂਗੇ ਉਹ ਆਪਾਂ ਕਰਾਂਗੇ ਜੀ ਕਾਂਗਰਸ ਦੇ ਵਿੱਚ ਇੱਕ ਇਮੀਗ੍ਰੇਸ਼ਨ ਰਿਫਾਰਮ ਬਿੱਲ ਇੰਟਰੋਡਿਊਸ ਹੋਇਆ ਜਿਹਨੂੰ ਕਹਿੰਦੇ ਨੇ ਕਿ ਡਿਗਨੀਟੈਡ ਐਕਟ। ਇਹ ਅੱਗੇ ਵੀ ਇੱਦਾਂ ਦੇ ਬਿੱਲ ਬਥੇਰੇ ਇੰਟਰੋਡਿਊਸ ਹੋਏ ਨੇ। ਇਹ ਮਈ 23 ਨੂੰ ਹੋਇਆ, ਪਰ ਇਹਦੇ ਵਿੱਚ ਇਹ ਆ ਵੀ ਉਹਨਾਂ ਨੇ ਕੁਝ ਚੇਂਜਸ ਜਿਹੜੀਆਂ ਪ੍ਰਪੋਜ਼ ਕੀਤੀਆਂ ਨੇ। ਹੁਣ ਪਾਸ ਹੋਣਾ ਕਿ ਨਾ ਹੋਣਾ ਇਹਦੇ ਬਾਰੇ ਅਜੇ ਕੁਝ ਨਹੀਂ ਪਤਾ। ਅੱਗੇ ਵੀ ਤੁਹਾਨੂੰ ਮੈਂ ਇਹ ਦੱਸ ਦਿਆਂ ਕਿ ਪਿਛਲੇ ਸਾਲ 2 ਜਿਹੜੇ ਇਮੀਗ੍ਰੇਸ਼ਨ ਦੇ ਬਿੱਲ ਨੇ, ਇੱਕ ਡਾਕਾ ਵਾਲਿਆਂ ਲਈ, ਇੱਕ ਦੂਜਾ ਉਹ ਹਾਊਸ ਨੇ ਪਾਸ ਕਰਕੇ ਸੈਨੇਟ 'ਚ ਭੇਜੇ ਆ, ਜਿਹੜੇ ਕਿ ਸੈਨੇਟ ਜਿਹੜੀ ਆ ਉਹ ਅਜੇ ਤੱਕ ਪਾਸ ਨਹੀਂ ਕਰ ਸਕੀ ਅਤੇ ਉਹਨਾਂ ਦਾ ਕੋਈ ਵੀ ਜਿਹੜਾ ਉਹ ਕਿਸੇ ਪਾਸੇ ਗੱਲ ਨਹੀਂ ਲੱਗੀ। ਜਿਹੜਾ ਇਮੀਗ੍ਰੇਸ਼ਨ ਰਿਫਾਰਮ ਸੀ ਉਹ ਵੀ ਕਿਸੇ ਪਾਸੇ ਨਹੀਂ ਲੱਗਿਆ। ਪਰ ਇਹ ਜਿਹੜਾ ਬਿੱਲ ਹੈ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਦਈਏ, ਪਰ ਇਹਦੀ ਪਾਸ ਹੋਣ ਦੀ ਕੋਈ ਖਾਸ ਉਮੀਦ ਮੈਨੂੰ ਨਜ਼ਰ ਅਜੇ ਨਹੀਂ ਆ ਰਹੀ। ਸੋ ਇਹ ਜਿਹੜਾ ਬਿੱਲ ਹੈਗਾ ਇਹਦਾ ਨਾਂ ਹੈਗਾ ਡਿਗਨੀਟੈਡ ਐਕਟ। ਇਹ ਪ੍ਰੋਵਾਈਡ ਕਰੇਗਾ ਲੀਗਲ ਸਟੇਟਸ ਅਨਡਾਕੂਮੈਂਟਡ ਜਿੰਨੇ ਵੀ ਇਮੀਗਰੈਂਟਸ ਹੈਗੇ ਆ ਅਤੇ ਜਿਨ੍ਹਾਂ ਨੂੰ ਇੱਥੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਪਰ 14 ਸਾਲ ਲੱਗਣਗੇ ਪੱਕੇ ਹੋਣ ਲਈ, ਤਾਂ $10,000 ਇਹਨਾਂ ਨੂੰ ਫੀ ਅਤੇ ਪੈਨਲਟੀ ਦੇ ਵਿੱਚ ਪੇ ਕਰਨਾ ਪਏਗਾ। ਪਰ ਜਿਹੜਾ ਅਸੈਲਮ ਵਾਲਾ ਸਾਰਾ ਸਿਸਟਮ ਹੈਗਾ ਉਹਨੂੰ ਵੀ ਇਹ ਬਿੱਲ ਜਿਹੜਾ ਹੈਗਾ ਉਹ ਓਵਰਹਾਲ ਕਰ ਰਿਹਾ, ਚੇਂਜ ਕਰ ਰਿਹਾ। ਅਤੇ ਜਿਹੜੇ ਬਾਰਡਰ ਹੈਗਾ ਉਹਦੇ ਉੱਤੇ ਇਹ ਹੰਡਰਡਸ ਆਫ ਮਾਈਲ ਦੇ ਵਿੱਚ ਨਵੇਂ ਫਿਜ਼ੀਕਲ ਬੈਰੀਅਰ ਜਾਂ ਲੋਕ ਨਾ ਕ੍ਰੋਸ ਕਰ ਸਕਣ ਉਹਦੇ ਵਾਸਤੇ ਵੀ ਪ੍ਰੋਵੀਜ਼ਨ ਜਿਹੜੀ ਆ ਉਹ ਰੱਖੀ ਜਾਏਗੀ। ਸੋ ਬਿੱਲ ਇਹ ਕਰਦਾ ਹੈਗਾ ਕਿ ਦ ਬਿੱਲ ਕ੍ਰੀਏਟਸ ਅ ਬ੍ਰੈਂਡ ਨਿਊ ਡਿਗਨਿਟੀ ਐਂਡ ਰਿਡੈਂਪਸ਼ਨ ਪ੍ਰੋਗਰਾਮ ਅਵੇਲੇਬਲ ਟੂ ਐਨੀ ਅਨਡਾਕੂਮੈਂਟਡ ਇਮੀਗਰੈਂਟ। ਜਿਹੜਾ ਵੀ ਇੱਥੇ 5 ਸਾਲ ਤੋਂ ਰਹਿ ਰਿਹਾ ਅਮਰੀਕਾ 'ਚ ਲਾਅ ਪਾਸ ਹੋਣ ਤੋਂ ਪਹਿਲਾਂ, ਉਹਦੇ ਵਾਸਤੇ ਇਹ ਇੱਕ ਪ੍ਰੋਗਰਾਮ ਸ਼ੁਰੂ ਹੋਊਗਾ ਜਿਹਦਾ ਨਾਂ ਹੈਗਾ ਡਿਗਨਿਟੀ ਅਤੇ ਰਿਡੈਂਪਸ਼ਨ। ਅਤੇ ਇਹ ਜਿਹੜਾ ਪ੍ਰੋਗਰਾਮ ਹੈ ਇਹਦੇ ਵਿੱਚ ਇਹ ਹੈਗਾ ਕਿ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਅਪਲਾਈ ਹੋਣਗੇ, ਐਲੀਜੀਬਲ ਹੋਣਗੇ, ਉਹਨਾਂ ਵਾਸਤੇ ਫਿਰ ਇੱਥੇ ਲੀਗਲ ਸਟੇਟਸ ਮਿਲਣ ਦੀ ਸੰਭਾਵਨਾ ਵਧੇਗੀ। ਜਿਹੜੇ ਨਹੀਂ ਹੋਣਗੇ ਉਹਨਾਂ ਨੂੰ 24 ਮੰਥ 'ਤੇ ਜਾਣਗੇ ਅਮਰੀਕਾ 'ਚੋਂ ਲੀਵ ਕਰਨ ਦੇ। ਜੇ ਨਹੀਂ ਜਾਣਗੇ ਤਾਂ 3 ਤੋਂ 10 ਸਾਲ ਦਾ ਉਹਨਾਂ 'ਤੇ ਬਾਰ ਲੱਗ ਸਕਦਾ ਐਂਟਰੀ ਦਾ। ਇਹ 'ਚ ਇਹ ਆ ਵੀ ਜਿਹੜੇ ਪ੍ਰੋਗਰਾਮ 'ਚ ਇਸ ਬੰਦੇ ਆਉਣਗੇ, ਸਿਲੈਕਟ ਹੋਣਗੇ ਡਿਗਨਿਟੀ ਪ੍ਰੋਗਰਾਮ 'ਚ, ਇਹਦੇ ਵਿੱਚ ਉਹਨਾਂ ਨੂੰ ਬੈਕਗਰਾਊਂਡ ਜਿਹੜਾ ਚੈੱਕ ਹੈ ਉਹ ਪਹਿਲਾਂ ਕਰਨਾ ਪਊਗਾ ਕਲੀਅਰ, ਕ੍ਰਿਮੀਨਲ ਹਿਸਟਰੀ ਕਰਨੀ ਪਊਗੀ ਕਲੀਅਰ, ਅਤੇ $1,000 ਪੇ ਕਰਨਾ ਪਊਗਾ ਬੈਕਗਰਾਊਂਡ ਚੈੱਕ ਲਈ। ਫਿਰ ਉਹਨਾਂ ਨੂੰ ਪਰਮਿਸ਼ਨ ਮਿਲੂਗੀ ਅਮਰੀਕਾ 'ਚ ਰਹਿਣ ਦੀ 7 ਸਾਲ ਲਈ। ਸੋ 7 ਸਾਲ ਲਈ ਉਹ ਰਹਿ ਸਕਣਗੇ ਜੇ ਬੈਕਗਰਾਊਂਡ ਚੈੱਕ ਕਲੀਅਰ ਆ। ਉਦੋਂ ਬਾਅਦ ਫਿਰ ਉਹਨਾਂ ਨੂੰ ਹਰ 2 ਸਾਲਾਂ ਬਾਅਦ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕੋਲ ਪੇਸ਼ ਹੋਣਾ ਪਊਗਾ ਅਤੇ ਇਹ ਸ਼ੋਅ ਕਰਨਾ ਪਊਗਾ ਵੀ ਉਹ ਗੁੱਡ ਸਟੈਂਡਿੰਗ ਦੇ ਵਿੱਚ ਹੈਗੇ ਆ, ਕੋਈ ਮਾੜੇ ਚੰਗੇ ਕੰਮ 'ਚ ਇਨਵੋਲਵਡ ਨਹੀਂ। ਫਿਰ ਉਹਨਾਂ ਨੂੰ 4-4 ਹਜ਼ਾਰ ਦੀਆਂ ਇੰਸਟਾਲਮੈਂਟਾਂ ਜਿਹੜੀਆਂ ਦੇਣੀਆਂ ਪੈਣੀਆਂ ਨੇ, ਜਿਹੜੀ ਕਿ ਪਹਿਲੀ ਵਾਰੀ 2,000 ਹੋਊਗੀ, ਫਿਰ 2,000, ਅਤੇ ਇਹ ਦੇ ਕੇ ਉਹ 7 ਸਾਲ ਰਹਿ ਸਕਦੇ ਆ। ਅਤੇ ਇਸ ਤੋਂ ਇਲਾਵਾ ਉਹਨਾਂ ਨੂੰ ਟੈਕਸ ਵਗੈਰਾ ਵੀ ਭਰਨਾ ਪਊਗਾ ਜੋ ਕੰਮ ਕਰਨਗੇ। ਅਤੇ ਜਦੋਂ 7 ਸਾਲ ਪੂਰੇ ਹੋ ਗਏ ਉਹਨਾਂ ਕੋਲ 2 ਆਪਸ਼ਨਾਂ ਹੋਣਗੀਆਂ। ਪਹਿਲੀ, ਇੱਕ ਉਹ ਡਿਗਨਿਟੀ ਵੀਜ਼ੇ ਲਈ ਅਪਲਾਈ ਕਰ ਸਕਦੇ ਆ ਜਿਹਦੇ ਵਿੱਚ ਕਿ ਉਹਨਾਂ ਨੂੰ 5 ਸਾਲ ਇੱਥੇ ਪਰਮਿਸ਼ਨ ਹੋਊਗੀ ਰਹਿਣ ਦੀ। ਅਤੇ ਜਿਹੜਾ ਉਹ ਪ੍ਰੋਗਰਾਮ 'ਚ ਅਪਲਾਈ ਕਰਨਗੇ ਅਤੇ ਇੱਥੇ ਰਹਿਣਗੇ 5 ਸਾਲ, ਅਤੇ ਉਹਨਾਂ ਨੂੰ ਉਹ ਜਿਹੜਾ ਪ੍ਰੋਗਰਾਮ ਹੈਗਾ ਉਹ ਰਿਨਿਊ ਹੁੰਦਾ ਰਹੂਗਾ। ਅਤੇ ਜੇ ਉਹ ਕੰਡੀਸ਼ਨ ਵਾਇਲੇਟ ਨਹੀਂ ਕਰਨਗੇ, ਕੋਈ ਕ੍ਰਿਮੀਨਲ ਕੰਮ ਨਹੀਂ ਕਰਨਗੇ, ਤਾਂ ਇੱਥੇ ਉਹ 5-5 ਸਾਲਾਂ ਬਾਅਦ ਉਹਨਾਂ ਦਾ ਜਿਹੜਾ ਉਹ ਕਾਰਡ ਹੈ ਜਾਂ ਜੋ ਵੀ ਉਹਨਾਂ ਨੂੰ ਸਟੇਟਸ ਮਿਲਿਆ ਰਿਨਿਊ ਹੋਈ ਜਾਊਗਾ। ਦੂਜਾ ਹੈਗਾ ਕਿ ਉਹ 5 ਸਾਲ ਦਾ ਇੱਕ ਰਿਡੈਂਪਸ਼ਨ ਪ੍ਰੋਗਰਾਮ ਹੋਊਗਾ, ਉਹਦੇ ਵਿੱਚ ਵੀ ਅਪਲਾਈ ਕਰ ਸਕਦੇ ਆ। ਅਤੇ ਉਹਦੇ ਵਾਸਤੇ ਜਿਹੜੀ ਗੌਰਮੈਂਟ ਹੈਗੀ ਆ ਉਹ ਪਹਿਲਾਂ ਜਿਹੜਾ ਗੌਰਮੈਂਟ ਦਾ ਅਕਾਊਂਟੇਬਿਲਿਟੀ ਆਫਿਸ ਕਹੂਗਾ ਕਿ ਬਾਰਡਰ ਸਿਕਿਉਰ ਆ, ਉੱਥੋਂ ਹੁਣ ਬਹੁਤ ਘੱਟ ਬੰਦੇ ਆ ਰਹੇ ਆ ਅਤੇ ਉੱਥੇ ਜਿਹੜੀ ਹੁਣ ਐਂਟਰੀ ਆ ਬਹੁਤ ਥੋੜ੍ਹੇ ਬੰਦਿਆਂ ਦੀ ਰਹਿ ਗਈ, ਅਤੇ ਉਹ ਬੰਦਾ ਫਿਰ ਗ੍ਰੀਨ ਕਾਰਡ ਜਿਹੜਾ ਹੈ ਉਹ ਅਪਲਾਈ ਕਰ ਸਕੂਗਾ। ਅਤੇ ਇਹ ਜਿਹੜਾ ਰਿਡੈਂਪਸ਼ਨ ਪ੍ਰੋਗਰਾਮ ਹੈ ਇਹਦੇ ਅੰਦਰ ਉਹਨੂੰ ਫਾਈਨ ਦੇਣਾ ਪਊਗਾ 5,000 ਅਤੇ 200 ਆਵਰ ਦੀ ਕਮਿਊਨਿਟੀ ਸਰਵਿਸ ਕਰਨੀ ਪਊਗੀ, ਅਤੇ ਫਿਰ ਇਹਦੀ ਗ੍ਰੀਨ ਕਾਰਡ ਦੀ ਜਿਹੜੀ ਹੈਗੀ ਪ੍ਰੋਸੈਸਿੰਗ ਹੋਊਗੀ। ਅਤੇ ਇਹਨੂੰ ਜਿਹੜਾ ਹੈਗਾ ਉਹ
ਹੋਰ ਟਾਈਮ ਲੱਗੂਗਾ। ਸੋ ਟੋਟਲ 14 ਸਾਲ ਲੱਗਣਗੇ ਗ੍ਰੀਨ ਕਾਰਡ ਮਿਲਣ ਤੱਕ। 3 ਹੋਰ ਜਿਹੜੀਆਂ ਬਰੌਡ ਪਾਸ ਹੈਗੀਆਂ ਇਹ ਬਿੱਲ ਬਣਾਊਗਾ। ਪਹਿਲੀ ਹੈਗੀ ਆ ਕਿ TPS ਸਟੇਟਸ ਕੀਤਾ ਜਾਊਗਾ ਅਤੇ ਉਹ ਡਰੀਮ ਐਕਟ ਦੇ ਜਿਹੜੇ ਹੈਗੇ ਉਹਦੇ ਮੁਤਾਬਕ ਹੋਊਗਾ, ਅਤੇ ਅਮਰੀਕਾ ਜਿਹੜਾ ਪ੍ਰੋਮਿਸ ਐਕਟ ਆ ਉਹਦੇ ਮੁਤਾਬਕ ਜਿਹੜਾ ਪਹਿਲਾਂ ਸੀ ਇਹਨੂੰ ਉਹ ਬਣਾਇਆ ਜਾਊਗਾ। ਜਿਹੜੇ ਬੰਦੇ ਅਮਰੀਕਾ ਦੇ ਵਿੱਚ ਪਿਛਲੇ 3 ਸਾਲ ਤੋਂ ਰਹਿ ਰਹੇ ਨੇ ਅਤੇ ਉਹਨਾਂ ਕੋਲ TPS ਸਟੇਟਸ ਹੈਗਾ 2021 ਦਾ, ਜਾਂ ਜਿਹੜੇ 18 ਸਾਲ ਦੀ ਉਮਰ ਤੋਂ ਪਹਿਲਾਂ ਆਏ ਆ ਇੱਥੇ, ਉਹਨਾਂ ਨੂੰ ਵੀ ਇਹਦੇ ਵਿੱਚ ਗਾਂਹ ਗ੍ਰੀਨ ਕਾਰਡ ਮਿਲਣ ਦੀ ਜਿਹੜੀ ਆ ਉਹ ਸੰਭਾਵਨਾ ਹੋਊਗੀ। ਅਤੇ ਇਹਦੇ 'ਚ ਜਿਹੜਾ ਹੈਗਾ ਉਹ ਐਗਰੀਕਲਚਰ ਵਾਲਿਆਂ ਵਾਸਤੇ ਵੀ ਜਿਹੜਾ ਹੈਗਾ ਉਹ ਰਿਲੀਫ ਹੈਗੀ ਆ। ਜਿਹੜਾ ਫਾਰਮ ਵਰਕਫੋਰਸ ਮਾਡਰਨਾਈਜੇਸ਼ਨ ਐਕਟ ਆ ਉਹ ਇਹ ਕਹਿ ਰਿਹਾ ਵੀ ਜਿਹੜੇ ਫਾਰਮ ਵਰਕਰ ਨੇ ਜਿਹੜੇ ਇੱਥੇ ਬੜੀ ਦੇਰ ਤੋਂ ਰਹਿ ਰਹੇ ਆ ਉਹਨਾਂ ਨੂੰ ਇੱਥੇ ਗ੍ਰੀਨ ਕਾਰਡ ਦੇਣੇ ਆ 1 ਮਿਲੀਅਨ ਤੋਂ ਉੱਪਰ, ਉਹ ਵੀ ਇਹਦੇ ਵਿੱਚ ਹੋਊਗਾ ਜੇ ਬੰਦੇ ਨੇ 10 ਸਾਲ ਐਕਟ ਪਾਸ ਹੋਣ ਤੋਂ ਪਹਿਲਾਂ ਖੇਤਾਂ 'ਚ ਕੰਮ ਕੀਤਾ ਆ, ਅਤੇ ਉਹਨੂੰ ਇਹਦੇ ਵਿੱਚ ਹੌਲੀ ਹੌਲੀ ਗ੍ਰੀਨ ਕਾਰਡ ਮਿਲਣ ਦੀ ਜਿਹੜੀ ਆ ਉਹ ਆਸ ਹੋਊਗੀ। ਉਹਦੇ ਨਾਲ ਜਿਹੜਾ ਬਿੱਲ ਹੈ ਬਾਰਡਰ ਸਿਕਿਉਰ ਕਰਨ ਲਈ $18 ਬਿਲੀਅਨ ਪ੍ਰੋਵਾਈਡ ਕਰੂਗਾ, ਜਿਹਦੇ ਵਿੱਚ ਕਿ ਸਰਕਾਰ ਜਿਹੜੀ ਆ ਉਹ ਬਾਰਡਰ ਪੈਟਰੋਲ ਦੇ ਬੰਦੇ ਵਧਾਊਗੀ, ਅਤੇ $15 ਬਿਲੀਅਨ ਜਿਹੜਾ ਅਗਲੇ 4 ਸਾਲ 'ਚ ਸਪੈਂਡ ਕੀਤਾ ਜਾਊਗਾ। ਅਤੇ ਉਹਦੇ ਵਿੱਚ ਜਿਹੜੀ ਹੈਗੀ ਆ ਜਿਹੜੇ ਬਾਰਡਰ ਪੈਟਰੋਲ ਸਟੇਸ਼ਨ ਬਣਾਏ ਜਾਣਗੇ, ਜਿਹੜੀ ਸਰਵੇਲੈਂਸ ਟੈਕਨੋਲੋਜੀ ਆ ਉਹ ਬਣਾਈ ਜਾਊਗੀ, 3000 ਨਵੇਂ ਬਾਰਡਰ ਜਿਹੜੇ ਏਜੰਟ ਆ ਉਹ ਹਾਇਰ ਕੀਤੇ ਜਾਣਗੇ, ਅਤੇ $10 ਬਿਲੀਅਨ ਖਰਚਿਆ ਜਾਊਗਾ ਪੋਰਟ ਆਫ ਐਂਟਰੀ ਨੂੰ ਹੋਰ ਮਾਡਰਨਾਈਜ਼ ਕਰਨ ਵਾਸਤੇ, ਅਤੇ ਕਸਟਮ ਐਂਡ ਇਨਫੋਰਸਮੈਂਟ ਜਿਹੜੀ ਆਈਸ ਆ ਉਹਦਾ ਸਟਾਫ ਹੋਰ ਹਾਇਰ ਕੀਤਾ ਜਾਊਗਾ। ਸੋ ਇਹ ਬਿੱਲ ਜਿਹੜਾ ਹੈਗਾ ਇਹਨੂੰ ਇਹ ਕਹਿੰਦਾ ਵੀ ਜਿਹੜਾ ਕੋਈ ਇੱਥੇ ਆਊਗਾ ਅਸੈਲਮ ਮੰਗਣ ਵਾਸਤੇ ਉਹਨੂੰ ਪਹਿਲਾਂ ਕ੍ਰੈਡੀਬਲ ਫੇਅਰ ਇੰਟਰਵਿਊ ਹੋਊਗੀ ਪਹਿਲੇ 15 ਦਿਨ ਦੇ ਵਿੱਚ ਜੇ ਉਹ ਪਾਸ ਕਰੂਗਾ ਉਸ ਤੋਂ ਬਾਅਦ ਫਿਰ 45 ਦਿਨ ਦੇ ਵਿੱਚ ਅਸੈਲਮ ਅਫਸਰ ਕੋਲ ਜਾਊਗਾ, ਉਹਨੇ ਜੇ ਪਾਸ ਕਰਤਾ ਠੀਕ ਹੈ, ਨਹੀਂ ਫਿਰ ਇਮੀਗ੍ਰੇਸ਼ਨ ਕੋਰਟ ਵਗੈਰਾ 'ਚ ਵੀ ਕੇਸ ਜਾ ਸਕਦਾ ਹੈਗਾ। ਇਹਦੇ 'ਚ ਇੱਕ ਚੇਂਜ ਹੈਗੀ ਆ ਵੀ ਜੇ ਅਸੈਲਮ ਦਾ ਕੇਸ ਫੇਲ ਹੋ ਜਾਂਦਾ ਤਾਂ ਜਿਹੜੀਆਂ ਫੈਡਰਲ ਕੋਰਟਾਂ ਨੇ ਉਹਦੇ ਵਿੱਚ ਅਪੀਲ ਜਾਂ ਦਲੀਲ ਦੀ ਗੁੰਜਾਇਸ਼ ਜ਼ਿਆਦਾ ਨਹੀਂ ਹੋਊਗੀ, ਅਤੇ ਜਿਵੇਂ ਹੁਣ ਅੱਜ ਕੱਲ੍ਹ ਜੇ ਕਿਸੇ ਦਾ ਫੇਲ ਹੋ ਜਾਂਦਾ ਫੈਡਰਲ ਕੋਰਟ ਜਾ ਸਕਦਾ, ਇਹਦੇ ਵਿੱਚ ਫੈਡਰਲ ਕੋਰਟ ਦੇ ਵਿੱਚ ਅਸੈਲਮ ਜੇ ਕਿਸੇ ਦਾ ਫੇਲ ਹੋ ਗਿਆ ਉਹ ਨਹੀਂ ਜਾ ਸਕੇਗਾ। ਸੋ ਜਿਹੜੀ ਇਨਫੋਰਸਮੈਂਟ ਆ ਉਹਦੇ ਵਾਸਤੇ ਵੀ ਜ਼ਿਆਦਾ ਬੰਦੇ ਹਾਇਰ ਕੀਤੇ ਜਾਣਗੇ, ਅਤੇ ਉਹਦੇ ਵਾਸਤੇ ਉਹ ਕਹਿ ਰਹੇ ਆ ਕਿ ਜਿਹੜਾ ਇਲੀਗਲ ਐਂਟਰ ਕਰੂਗਾ ਉਹਨੂੰ ਜ਼ਿਆਦਾ ਜਿਹੜੀ ਹੈਗੀ ਆ ਉਹ ਸਜ਼ਾ ਹੋ ਸਕਦੀ ਆ, ਜਾਂ ਜਿਹੜੇ ਮਤਲਬ ਗੈਂਗ ਵਗੈਰਾ ਆਉਂਦੇ ਆ ਉਹਦੇ ਨਾਲ ਵੀ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਜਿਹੜੀ ਆ ਉਹ ਸਜ਼ਾ ਇਹਦੇ 'ਚ ਹੋ ਸਕਦੀ ਆ। ਕੁੱਲ ਮਿਲਾ ਕੇ ਜਿਹੜਾ ਬਿੱਲ ਇੰਟਰੋਡਿਊਸ ਕੀਤਾ ਗਿਆ ਇਹਦੇ ਪਾਸ ਹੋਣ ਦੇ ਚਾਂਸ ਨਾ ਦੇ ਬਰਾਬਰ ਆ, ਬਹੁਤ ਘੱਟ ਆ, ਕਿਉਂਕਿ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਇਸ ਬਿੱਲ ਦੀਆਂ ਜਿਹੜੀਆਂ ਪ੍ਰੋਵੀਜ਼ਨਾਂ ਨੇ ਉਹ ਨੇ ਕਿ ਕੁਛ ਤਾਂ ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਲੀਡਰ ਕਹਿੰਦੇ ਨੇ ਬੰਦੇ ਪੱਕੇ ਕਰੋ, ਉਹਨਾਂ ਦੀ ਗੱਲ ਸੁਣੀ ਗਈ ਆ, ਕੁਛ ਜਿਹੜੇ ਰਿਪਬਲਿਕਨ ਕਹਿੰਦੇ ਨੇ ਪਹਿਲਾਂ ਬਾਰਡਰ ਸਿਕਿਉਰ ਕਰੋ, ਇੱਥੋਂ ਬੰਦੇ ਡਿਪੋਰਟ, ਉਹਨਾਂ ਦੀ ਸੁਣੀ ਗਈ ਆ। ਨਾਲੇ ਰੱਖਿਆ ਗਿਆ ਵੀ ਜਦੋਂ 90% ਬਾਰਡਰ ਸਿਕਿਉਰ ਹੋਏਗਾ ਉਦੋਂ ਬਾਅਦ ਗ੍ਰੀਨ ਕਾਰਡ ਦਾ ਪ੍ਰੋਸੈਸ ਸ਼ੁਰੂ ਹੋਏਗਾ। ਹੁਣ 90% ਦਾ ਬਾਰਡਰ ਅੱਜ ਤੱਕ ਨਹੀਂ ਸਿਕਿਉਰ ਹੋਇਆ ਪਿਛਲੇ 30 ਸਾਲਾਂ 'ਚ, ਇਹ ਕਿੱਥੇ ਹੋਣਾ? ਇਹਦੇ ਵਾਸਤੇ ਕਾਫੀ ਮੁਸ਼ਕਿਲ ਹੈ ਜਿਹੜਾ ਇਹਦਾ ਸਿਸਟਮ ਹੈ ਸੈਟਅਪ ਹੈ, ਅਤੇ ਇਹ ਬਿੱਲ ਇੰਟਰੋਡਿਊਸ ਜ਼ਰੂਰ ਹੋਇਆ, ਅਸੀਂ ਕਹਿ ਸਕਦੇ ਹਾਂ ਵੀ ਚੰਗਾ ਕਦਮ ਹੈ ਜਾਂ ਇਸ ਪਾਸੇ ਵੱਲ ਸੋਚਣਾ ਸ਼ੁਰੂ ਕੀਤਾ, ਪਰ ਇਹ ਪਾਸ ਹੋਣ ਦੇ ਜਿਹੜੇ ਚਾਂਸ ਨੇ ਇਹਦੇ ਜਿਹੜੀ ਮੌਜੂਦਾ ਸੈਟਅਪ ਹੈ ਉਹਦੇ ਵਿੱਚ ਕੋਈ ਮੈਨੂੰ ਖਾਸ ਨਜ਼ਰ ਨਹੀਂ ਆ ਰਹੇ, ਪਰ ਕਿਉਂਕਿ ਖਬਰ ਸੀ ਇੰਪੋਰਟੈਂਟ ਇਸ ਕਰਕੇ ਥੋੜ੍ਹੇ ਧਿਆਨ 'ਚ ਲਿਆਂਦੀ ਆ। ਪਾਸ ਹੋਣ ਦੀ ਕੋਈ ਜ਼ਿਆਦਾ ਉਮੀਦ ਨਹੀਂ ਲੱਗ ਰਹੀ, ਬਾਕੀ ਕੋਈ ਇਹੋ ਜਿਹਾ ਚਮਤਕਾਰ ਹੋ ਜਾਵੇ ਵੀ ਜੇ ਜਿਹੜੀਆਂ ਦੋਨੇ ਪਾਰਟੀਆਂ ਦੇ ਲੀਡਰ ਇਹਨੂੰ ਐਕਸੈਪਟ ਕਰ ਲੈਣ ਤਾਂ ਹੋ ਸਕਦਾ, ਪਰ ਜਿਹੜਾ ਮੌਜੂਦਾ ਸਿਸਟਮ ਹੈ ਇਹਦੇ ਵਿੱਚ ਜਿੰਨੇ ਡਿਫਰੈਂਸਿਸ ਹੈਗੇ ਆ ਇਮੀਗ੍ਰੇਸ਼ਨ ਦੇ ਅੱਡ ਜਿਹੜੀਆਂ ਪਾਰਟੀ ਪਲੇਟਫਾਰਮ ਦੇ, ਕੋਈ ਜਿਹੜੀ ਰਿਪਬਲਿਕਨ ਪਾਰਟੀ ਹੈ ਇਸ ਟਾਈਮ 'ਤੇ ਉਹ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਦੇ ਖਿਲਾਫ ਹੈ, ਜ਼ਿਆਦਾ ਟੂਵਰਡਸ ਦਾ ਰਾਈਟ ਹੈ, ਉਹ ਇਹ ਕਹਿੰਦੇ ਨੇ ਕਿ ਜਿਹੜੇ ਬੰਦੇ ਡਿਪੋਰਟ ਕਰੋ। ਉਹਨਾਂ ਨੇ ਜਿਹੜਾ ਮਤਲਬ ਬਿੱਲ ਇੰਟਰੋਡਿਊਸ ਕੀਤਾ ਜਾਂ ਜਿਹੜੇ ਉਹਨਾਂ ਦੇ ਹੁਣ ਲੀਡਰ ਇਲੈਕਸ਼ਨ ਦੇ ਵਿੱਚ ਖੜੇ ਹੋਏ ਆ, ਪ੍ਰਾਇਮਰੀ ਦੇ ਵਿੱਚ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਤੁਹਾਨੂੰ ਪਤਾ ਅਗਲੇ ਸਾਲ ਹੋਣੀ ਆ 24 'ਚ, ਅਤੇ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਅਨਾਊਂਸ ਕੀਤਾ ਕਿ ਉਹਨਾਂ ਨੇ ਇਲੈਕਸ਼ਨ ਲੜਨੀ ਆ। ਉਧਰੋਂ ਰਿਪਬਲਿਕਨ ਪਾਰਟੀ ਵੱਲੋਂ ਟਰੰਪ ਹੈਗਾ, ਅਤੇ ਹੋਰ ਵੀ ਕਈ ਬੰਦੇ ਹੈਗੇ ਨੇ, ਜਿਹੜੇ ਫਲੋਰੀਡਾ ਦੇ ਗਵਰਨਰ ਹੈਗੇ ਨੇ ਉਹ ਵੀ ਹੈਗੇ ਆ, ਉਹਨਾਂ ਦਾ ਜਿਹੜਾ ਪਲੇਟਫਾਰਮ ਆ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਦੇ ਖਿਲਾਫ ਆ। ਸੋ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਕਿਸੇ ਕਿਸਮ ਦਾ ਸਮਝੌਤਾ ਹੋਣ ਦੀ ਉਮੀਦ ਆ। ਇਸ ਤੋਂ ਇਲਾਵਾ ਜਿਹੜੀ ਅਗਲੀ ਇੰਪੋਰਟੈਂਟ ਖਬਰ ਹੈਗੀ ਆ ਉਹ ਹੈਗੀ ਆ ਜੀ ਸ਼ੈਵਰਨ ਦੀ। ਇੱਕ ਕੇਸ ਆ, ਉਹਦਾ ਨਾਂ ਹੈਗਾ ਸ਼ੈਵਰਨ ਵਰਸਸ ਨੈਸ਼ਨਲ ਰਿਸੋਰਸਿਸ ਡਿਫੈਂਸ ਕਾਊਂਸਲ। ਇਹ ਕੇਸ US ਸੁਪਰੀਮ ਕੋਰਟ ਨੇ ਸੁਣਨਾ, ਉਹਨਾਂ ਨੇ ਕਿਹਾ ਅਸੀਂ ਸੁਣਾਂਗੇ। ਇਹਦੀ ਇੰਪੋਰਟੈਂਸ, ਇਹ ਇੱਕ ਪੁਰਾਣਾ ਕੇਸ ਆ 1984 ਦਾ, ਅਤੇ ਇਹ ਕੇਸ ਇਹ ਕੰਸੀਡਰ ਕਰਦਾ ਕਿ ਜਿਹੜੀਆਂ ਕੋਰਟਸ ਹੈਗੀਆਂ ਜਿਹੜੇ ਕਿ ਲਾ ਹੁੰਦੇ ਨੇ ਫੈਡਰਲ, ਜਿਹਦੇ 'ਚ ਕਿ ਇਮੀਗ੍ਰੇਸ਼ਨ ਦੇ ਕਾਨੂੰਨ ਵੀ ਆ ਉਹਨੂੰ ਇੰਟਰਪ੍ਰੈਟ ਕਿਸ ਤਰ੍ਹਾਂ ਕਰਨ, ਅਤੇ ਉਹ ਕੇਸ ਇਹ ਕਹਿੰਦਾ ਵੀ ਜੇ ਕੋਈ ਡਾਊਟ ਹੈ ਕਿਸੇ ਚੀਜ਼ ਦਾ ਤਾਂ ਜਿਹੜੀ ਏਜੰਸੀ ਆ ਜਿਵੇਂ ਇਮੀਗ੍ਰੇਸ਼ਨ ਦੀ ਏਜੰਸੀ ਆ ਉਹਨੇ ਜੋ ਉਹਦਾ ਵਿਊ ਆ ਉਹ ਕੋਰਟ ਨੂੰ ਚਾਹੀਦਾ ਵੀ ਉਹਨੂੰ ਮੰਨੇ, ਉਹ ਆਪਣੀ ਕੋਈ ਵੱਖਰੀ ਇੰਟਰਪ੍ਰੀਟੇਸ਼ਨ ਨਾ ਕਰੇ। ਲੇਕਿਨ ਜਿਹੜਾ ਕੇਸ ਇਹਦੇ 'ਚ ਕੀਤਾ ਗਿਆ ਉਹ ਇਹ ਕੀਤਾ ਗਿਆ ਵੀ ਕੋਰਟ ਇਹਦੇ 'ਚ ਆਪਣੀ ਇੰਟਰਪ੍ਰੀਟੇਸ਼ਨ ਦੇਵੇ
ਵੀ ਏਜੰਸੀ ਦੀ ਜਿਹੜੀ ਵਿਊ ਆ ਉਹਨੂੰ ਡੈਫਰ ਨਾ ਕਰੇ ਤੇ ਕੋਰਟ ਜਿਹੜੀ ਆ ਉਹ ਆਪਣੇ ਹਿਸਾਬ ਨਾਲ ਲਾ ਦੇ ਮੁਤਾਬਕ ਡਿਸਾਈਡ ਕਰੇ, ਨਾ ਕਿ ਇਹ ਦੇਖੇ ਵੀ ਜਿਹੜੀ ਥਰਡੀ ਏਜੰਸੀ ਆ ਜਿਵੇਂ ਹੁਣ USCIS ਇਮੀਗ੍ਰੇਸ਼ਨ ਆ ਵੀ ਇਹਨੇ ਕੀ ਫੈਸਲਾ ਕੀਤਾ। ਸੋ ਇਹਦਾ ਮਤਲਬ ਇਹ ਹੋਇਆ ਕਿ ਜੇ ਇਹ ਜਿਹੜੀ ਸੁਪਰੀਮ ਕੋਰਟ ਆ ਉਹ ਇਹਦੇ 'ਚ ਇਹ ਡਿਸਾਈਡ ਕਰਦੀ ਹੈ ਕਿ ਜਿਹੜੇ ਫੈਡਰਲ ਸਟੈਚੂ ਨੇ, ਕਾਨੂੰਨ ਨੇ ਅਮਰੀਕਾ 'ਚ, ਜਿਨ੍ਹਾਂ 'ਚ ਇਮੀਗ੍ਰੇਸ਼ਨ ਵਨ ਆਫ ਦੈਮ ਆ, ਬਾਕੀ ਹੋਰ ਕਾਨੂੰਨ ਵੀ ਹੈਗੇ ਆ, ਉਹਨਾਂ ਨੂੰ ਜਿਹੜੀਆਂ ਕੋਰਟਾਂ ਨੇ ਉਹ ਆਪਣੇ ਹਿਸਾਬ ਨਾਲ ਇੰਟਰਪ੍ਰੈਟ ਕਰ ਸਕਦੀਆਂ ਨੇ। ਜਿਹੜੀਆਂ ਗਵਰਨਮੈਂਟ ਦੀਆਂ ਏਜੰਸੀਆਂ ਨੇ ਕੀ ਉਹਨਾਂ ਨੇ ਇੰਟਰਪ੍ਰੈਟ ਕੀਤਾ ਜਾਂ ਕੀ ਲਾਗੂ ਕੀਤਾ ਉਹਦਾ ਕੋਈ ਲੈਣਾ ਦੇਣਾ ਨਹੀਂ, ਤਾਂ ਫਿਰ ਇਮੀਗ੍ਰੇਸ਼ਨ ਲਈ ਇਹਦਾ ਵੱਡਾ ਬੈਨੀਫਿਟ ਹੋ ਸਕਦਾ, ਕਿਉਂਕਿ ਕੋਰਟਾਂ ਜਿਹੜੀਆਂ ਨੇ ਉਹ ਜਿਹੜੀ ਥੱਲੜੇ ਇਮੀਗ੍ਰੇਸ਼ਨ ਦੇ ਜਿਹੜੇ ਡਿਸੀਜਨਸ ਨੇ ਉਹਨਾਂ ਨੂੰ ਜ਼ਿਆਦਾ ਰਿਵਿਊ ਕਰ ਸਕਦੀਆਂ ਨੇ। ਇਹਦੇ ਵਾਸਤੇ ਇਮੀਗ੍ਰੇਸ਼ਨ ਦਾ ਖਾਸ ਕਰਕੇ ਜਿਹੜੇ ਡੀਪੋਰਟੇਸ਼ਨ ਦੇ ਕੇਸ ਜਾਂ ਕ੍ਰਿਮੀਨਲ ਕੇਸਿਸ ਨੇ ਉਹਨਾਂ 'ਤੇ ਅਸਰ ਪੈ ਸਕਦਾ। ਸੋ ਸੁਪਰੀਮ ਕੋਰਟ ਜਿਹੜੀ ਆ ਉਹਨੇ ਇਹ ਕੇਸ ਸੁਣਨਾ, ਤਾਂ ਹੁਣ ਦੇਖਦੇ ਹਾਂ ਵੀ ਇਹਦੇ 'ਚ ਕੀ ਉਹ ਡਿਸਾਈਡ ਕਰਦੇ ਆ। ਇਸ ਤੋਂ ਇਲਾਵਾ ਜਿਹੜੀ ਅਗਲੀ ਖਬਰ ਹੈਗੀ ਆ ਜੀ ਇੰਪੋਰਟੈਂਟ, ਉਹ ਇਹ ਹੈਗੀ ਆ ਕਿ ਡਾਕਾ ਜਿਹੜੀ ਆ ਉਹਦਾ ਕੇਸ ਟੈਕਸਸ ਦੇ ਜੱਜ ਕੋਲ ਫੇਰ ਸ਼ੁਰੂ ਹੋ ਗਿਆ। ਇਹ ਅੱਗੇ ਕਈ ਵਾਰੀ ਹੋਇਆ, ਕਈ ਵਾਰੀ ਗਿਆ ਸੁਪਰੀਮ ਕੋਰਟ ਤੱਕ, ਤੇ ਇਹਦੇ ਵਿੱਚ 7 ਜਿਹੜੀਆਂ ਰਿਪਬਲਿਕਨ ਸਟੇਟਾਂ ਨੇ ਉਹਨਾਂ ਨੇ ਸੂਹ ਕੀਤਾ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਕਿ ਇਹ ਜਿਹੜੀ ਪਾਲਿਸੀ ਹੈ ਗਲਤ ਆ। ਡਾਕਾ ਉਹੀ ਆ ਵੀ ਜਿਹੜੇ ਬੱਚੇ ਇੱਥੇ ਅਨਡਾਕੂਮੈਂਟਡ ਆਏ ਸੀਗੇ ਤੇ ਪ੍ਰੈਜ਼ੀਡੈਂਟ ਓਬਾਮਾ ਨੇ ਪ੍ਰੋਗਰਾਮ ਕ੍ਰੀਏਟ ਕੀਤਾ ਸੀ ਕਿ ਉਹਨਾਂ ਨੂੰ ਇੱਥੇ ਅਮਰੀਕਾ 'ਚ ਰਹਿਣ ਦੀ ਪਰਮਿਸ਼ਨ ਦਿੱਤੀ ਜਾਵੇ, ਵਰਕ ਪਰਮਿਟ ਮਿਲੇ, ਤੇ ਉਹ ਹੁਣ ਜੱਜ ਐਂਡਰਿਊ ਹੈਨਨ ਦੀ ਕੋਰਟ ਦੇ ਵਿੱਚ ਆ। ਤੇ ਇਹਦੇ 'ਚ ਬੇਸਿਕਲੀ ਉਹ ਸਟੇਟਾਂ ਫੇਰ ਕਹਿ ਰਹੀਆਂ ਨੇ ਕਿ ਇਹ ਜੀ ਇਲੀਗਲ ਹੈਗਾ, ਇਹਨੂੰ ਜਿਹੜਾ ਹੈਗਾ ਉਹ ਟਰਮੀਨੇਟ ਕਰਨਾ ਚਾਹੀਦਾ, ਤੇ ਹੁਣ ਉਹ ਕੇਸ ਚੱਲ ਰਿਹਾ, ਦੇਖਦੇ ਹਾਂ ਇਹਦਾ ਕੀ ਜਿਹੜਾ ਹੈਗਾ ਉਹ ਹਸ਼ਰ ਹੁੰਦਾ। ਅਗਲੀ ਖਬਰ ਹੈਗੀ ਹੈ ਜੀ H1B ਵੀਜ਼ੇ ਦੀ ਸਟੈਂਪਿੰਗ ਦੇ ਨਾਲ। ਉਹਦੇ ਵਿੱਚ ਹੁਣ ਜਿਹੜਾ ਸਟੈਂਪਿੰਗ ਟਾਈਮ ਹੈ H1B ਦਾ ਉਹ ਹੁਣ ਲੋਟਰੀ ਫॉर 2024 ਤੇ ਉਹ ਹੁਣ ਜਨਵਰੀ ਦੇ ਵਿੱਚ ਸ਼ੁਰੂ ਹੋਊਗਾ। ਸੋ ਜਿਹੜਾ ਸਟੈਂਪਿੰਗ ਅਗਲੇ ਸਾਲ ਹੋਊਗੀ, ਲੇਕਿਨ ਹੁਣ ਉਹਦੀਆਂ ਐਪਲੀਕੇਸ਼ਨਾਂ ਵਗੈਰਾ ਦਾ ਕੰਮ ਸ਼ੁਰੂ ਹੋ ਗਿਆ ਅਕਤੂਬਰ ਦੇ ਵਿੱਚ। ਸੋ ਜਿਹੜਾ ਐਪਲੀਕੇਸ਼ਨ ਆ ਉਹ ਲੈਣੀ ਆ ਇਮੀਗ੍ਰੇਸ਼ਨ ਜਿਹੜੀ ਆ ਉਹ ਸ਼ੁਰੂ ਮਤਲਬ ਕਰੇਗੀ। ਤੇ ਲੋਟਰੀ ਹੈਗੀ ਆ, ਇਹਦੇ ਵਿੱਚ ਬਹੁਤ ਜ਼ਿਆਦਾ ਐਪਲੀਕੈਂਟ ਹੁੰਦੇ ਨੇ, ਨੰਬਰ ਵੀਜ਼ਾ ਥੋੜ੍ਹੇ ਆ, ਤੇ ਲੋਟਰੀ ਦੇ ਵਿੱਚ ਜਿਹਦੀ ਵਾਰੀ ਆਉਂਦੀ ਉਹਨੂੰ H1B ਮਿਲਦਾ। ਆਪਣੇ ਜਿਹੜੇ ਇੰਡੀਆ ਤੋਂ ਲੋਕ ਆਉਂਦੇ ਨੇ ਕਾਫੀ ਜ਼ਿਆਦਾ ਇਹ 'ਚ ਅਪਲਾਈ ਕਰਦੇ ਨੇ, ਜਿੰਨੀਆਂ ਵੱਡੀਆਂ ਕੰਪਨੀਆਂ ਨੇ ਉਹ ਕਰਦੀਆਂ। ਸੋ ਇਹ ਇੱਕ ਬੜਾ ਵੱਡਾ ਇੱਕ ਮਤਲਬ ਵੀਜ਼ਾ ਜਿਹੜਾ ਪ੍ਰੋਸੈਸਿੰਗ ਦਾ ਇੱਕ ਸੈਂਟਰ ਹੈ H1B, ਜਿਹਦੇ ਅੰਡਰ ਜਿਹੜੇ ਪ੍ਰੋਫੈਸ਼ਨਲ ਨੇ, ਖਾਸ ਕਰਕੇ ਜਿਹੜੇ ਇੰਜੀਨੀਅਰ ਨੇ ਜਾਂ ਡਾਕਟਰ ਨੇ ਜਾਂ ਜਿਹੜੇ ਹਾਈਟੈਕ ਜਿਹੜੇ ਹੈਗੇ ਇੰਡਸਟਰੀ ਦੇ ਨਾਲ ਨੇ, ਉਹ ਇਹਦੇ ਵਿੱਚ ਅਪਲਾਈ ਕਰਕੇ ਇੱਥੇ ਅਮਰੀਕਾ ਦੇ ਵਿੱਚ ਕੰਮ ਕਰ ਸਕਦੇ ਆ। ਫਿਰ ਹੌਲੀ ਹੌਲੀ ਉਹਨਾਂ ਨੂੰ ਓਵਰ ਪੀਰੀਅਡ ਆਫ ਟਾਈਮ ਗ੍ਰੀਨ ਕਾਰਡ ਵਗੈਰਾ ਦਾ ਵੀ ਜਿਹੜਾ ਪ੍ਰੋਸੈਸ ਸ਼ੁਰੂ ਹੋ ਜਾਂਦਾ। ਡਿਮਾਂਡ H1 ਵੀਜ਼ੇ ਦੀ ਬਹੁਤ ਜ਼ਿਆਦਾ ਵੱਧ ਰਹੀ ਆ। ਫॉर द ਈਅਰ 2023 2023 ਲਈ USCIS ਰਿਸੀਵਡ 484,000 ਰਜਿਸਟ੍ਰੇਸ਼ਨ, 4,84,000 ਲੋਕਾਂ ਨੇ H1B ਲਈ ਅਪਲਾਈ ਕੀਤਾ 2023 ਵਾਲੇ ਲਈ। ਹੁਣ 24 ਦੇ ਵਿੱਚ ਜਿਹੜਾ ਹੈਗਾ ਉਹ USCIS ਨੇ ਰਿਲੀਜ਼ ਕੀਤਾ ਕਿ ਜਿਹੜੀਆਂ ਰਜਿਸਟ੍ਰੇਸ਼ਨਾਂ ਹੋਣਗੀਆਂ ਉਹ 7,80,000 ਹੋਣਗੀਆਂ। ਦੇਖੋ ਆਲਮੋਸਟ ਡਬਲ ਦੇ ਕੋਲ ਪਹੁੰਚ ਗਿਆ ਕਿ 7,80,000 ਬੰਦੇ ਜਿਹੜੇ ਨੇ ਉਹ ਅਪਲਾਈ ਕਰ ਰਹੇ ਨੇ। ਕੋਟਾ ਸਿਰਫ 85,000 ਵੀਜ਼ਿਆਂ ਦਾ ਸਾਲ ਦੇ ਵਿੱਚ। ਹੁਣ ਦੇਖੋ ਵੀ 85,000 ਵੀਜ਼ਾ H1 ਗੌਰਮੈਂਟ ਇਸ਼ੂ ਕਰਦੀ ਹੈ ਸਾਲ 'ਚ, ਤੇ ਅਪਲਾਈ ਕਿੰਨੇ ਲੋਕ ਕਰ ਰਹੇ ਆ? 2023 'ਚ ਅਪਲਾਈ ਕੀਤਾ 4,84,000 ਬੰਦਿਆਂ ਨੇ, ਤੇ ਆਹ ਸਾਲ ਦੇ ਵਿੱਚ ਜਿਹੜਾ ਹੁਣ 24 ਲਈ ਕਰਨਗੇ ਉਹ 7,80,000 ਬੰਦੇ ਆ। ਸੋ ਬਹੁਤ ਜ਼ਿਆਦਾ ਡਿਮਾਂਡ ਆ। ਸੋ ਇਹ ਮੰਗ ਕੀਤੀ ਜਾ ਰਹੀ ਆ ਵੀ ਕੋਟਾ ਵੀ ਵਧਾਇਆ ਜਾਵੇ ਤਾਂ ਕਿ ਇਹਦੀ ਜਿਹੜੀ ਹੈਗੀ ਆ ਉਹ ਮਤਲਬ ਜਿਹੜਾ ਕੋਟਾ ਹੈਗਾ ਉਹ ਇਨਕਰੀਜ਼ ਹੋਣਾ ਚਾਹੀਦਾ। ਤੇ ਜਿਹੜਾ H1B ਜਿਹੜੀ ਇਸ਼ੂਐਂਸ ਹੈਗੀ ਇਟ ਇਜ਼ ਬੇਸਡ ਔਨ ਅ ਫਿਸਕਲ ਈਅਰ ਟਾਈਮਲਾਈਨ, ਤੇ ਇਟਸ ਵੈਰੀ ਇੰਪੋਰਟੈਂਟ ਟੂ ਕੀਪ ਇਨ ਮਾਈਂਡ ਅਬਾਊਟ ਫਿਲਿੰਗ ਆਊਟ ਯੋਰ ਐਪਲੀਕੇਸ਼ਨ that fiscal year 2024 starts from October 1, 2023 and ends on September 30, 2024। ਜਿਹੜਾ ਟਾਈਮ ਪੀਰੀਅਡ ਸ਼ੁਰੂ ਹੋਣਾ ਇਹਦਾ ਅਪਲਾਈ ਕਰਨ ਦਾ ਉਹ ਅਕਤੂਬਰ 1, 2023 ਆ। ਅਕਤੂਬਰ 1, 2023 ਨੂੰ ਤੁਸੀਂ 2024 ਲਈ ਅਪਲਾਈ ਕਰੋਗੇ ਤਾਂ ਮੁੱਕੂਗਾ ਜਾ ਕੇ ਸਤੰਬਰ 30, 2024 ਦੇ ਵਿੱਚ। ਤੇ ਇਸ ਕਰਕੇ ਇਹਦੇ 'ਚ ਜਿਹੜੀ ਹੈਗੀ ਆ ਉਹ ਹੋ ਸਕਦੀ ਆ। ਦੂਜਾ ਇਹ ਆ ਕਿ ਜਿਹੜੀ ਸਟੈਂਪਿੰਗ ਆ, ਜਿਹੜੇ ਬੰਦੇ ਮਤਲਬ ਸਟੈਂਪਿੰਗ ਕਰਾਉਂਦੇ ਨੇ ਇੱਥੇ ਬੰਦੇ ਰਹਿ ਰਹੇ H1B ਤੇ ਉਹ ਜਾ ਕੇ ਆਪਣੀ ਕੰਟਰੀ ਤੋਂ, ਉਹਦੇ ਵਾਸਤੇ USCIS ਨੇ ਕਿਹਾ ਸੀ ਕਿ ਉਹ ਇੱਥੇ ਸ਼ੁਰੂ ਕਰਨਗੇ ਸਟੈਂਪਿੰਗ, ਪਰ ਅਜੇ ਕੀਤੀ ਨਹੀਂ ਉਹਨਾਂ ਨੇ। ਤੇ ਉਹ ਹੁਣ ਇਹ ਕਹਿ ਰਹੇ ਕਿ ਅਸੀਂ ਇਹਨੂੰ ਜਿਹੜਾ ਉਹ ਈਜ਼ੀ ਕਰਾਂਗੇ ਤਾਂ ਕਿ ਸਟੈਂਪਿੰਗ ਵਾਸਤੇ ਬੰਦੇ ਨੂੰ ਬਹੁਤ ਜ਼ਿਆਦਾ ਦੇਰ ਜਿਹੜੀ ਆ ਉਹ ਵੇਟ ਨਾ ਕਰਨੀ ਪਵੇ। ਸੋ ਇਹ ਵੀ ਇੱਕ ਇੰਪੋਰਟੈਂਟ ਖਬਰ ਆ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕੀਤੀ ਆ।
ਇਸ ਤੋਂ ਇਲਾਵਾ ਜਿਹੜੀ ਹੋਰ ਇੰਪੋਰਟੈਂਟ ਖਬਰ ਆ USCIS ਤੋਂ ਹੈਗੀ ਆ ਕਿ USCIS ਨੇ ਇਹ ਕਿਹਾ ਕਿ ਜਿਹੜੇ ਅਸਾਈਲਮ ਆਪਾਂ ਅਪਲਾਈ ਕਰਦੇ ਹਾਂ, ਅਫਰਮੇਟਿਵ ਅਸਾਈਲਮ, ਜਿਹੜਾ ਕਿ ਜਦੋਂ ਬੰਦਾ ਆਉਂਦਾ ਫੜਿਆ ਨਹੀਂ ਜਾਂਦਾ, ਉਹ ਅਸਾਈਲਮ ਅਪਲਾਈ ਜਾਂ ਵੀਜ਼ੇ ਤੇ ਆਇਆ ਕੋਈ ਉਹ ਕਰਦਾ, ਉਹਦੇ ਵਾਸਤੇ ਜਦੋਂ ਬਾਈ ਮੇਲ ਕਰਨਾ ਤਾਂ ਉਹ ਜਿਹੜੇ ਸਰਵੇ ਸੈਂਟਰ ਨੇ ਉਹਨਾਂ ਦੇ ਵਿੱਚ ਕੁਝ ਤਬਦੀਲੀ ਆ, ਤੇ ਉਹ ਤੁਸੀਂ ਉਹਨਾਂ ਦੀ ਸਾਈਟ ਤੇ ਜਾ ਕੇ I-589 ਫਾਰਮ ਦੀ ਜਿਹੜੀ ਹੁੰਦੀ ਇੰਸਟਰਕਸ਼ਨ ਵਿੱਚ ਦੇਖ ਸਕਦੇ ਹੋ ਕਿ ਉਹ ਕਿੱਥੇ ਕਿੱਥੇ ਅਪਲਾਈ ਹੋਣੇ ਆ। ਤੇ ਉਹਦੇ ਵਿੱਚ ਇਹਨਾਂ ਨੇ ਹੁਣ 2-3 ਜਿਹੜੇ ਮੇਨ ਸੈਂਟਰ ਬਣਾਏ ਨੇ, ਖਾਸ ਕਰਕੇ ਜਿਹੜਾ ਫਲੋਰੀਡਾ ਟੈਕਸਸ ਵਾਲੇ ਅਪਲਾਈ ਕਰਨਗੇ PO Box 653080 ਡੈਲਸ ਟੈਕਸਸ, ਤੇ ਜਿਹੜੇ ਮਤਲਬ ਬਾਕੀ ਨੇ ਉਹ ਕਰਨਗੇ ਜੀ PO Box 6893 ਸ਼ਿਕਾਗੋ ਇਲੀਨੋਏ। ਸੋ ਇਹ ਇੱਦਾਂ ਕੁਝ ਚੇਂਜਸ ਹੈਗੀਆਂ, ਤੇ ਜਿਨ੍ਹਾਂ ਨੇ ਕਿ ਬਾਏ ਮੇਲ ਜਿਹੜੇ ਅਸਾਈਲਮ ਅਪਲਾਈ ਕਰਦੇ ਉਹਨਾਂ ਲਈ ਆ। ਸੋ ਉਹਦੀ ਇੰਸਟਰਕਸ਼ਨ ਸ਼ੀਟ ਜਿਹੜੀ ਹੈਗੀ ਡਿਟੇਲ ਦੇ ਵਿੱਚ ਤੁਹਾਨੂੰ ਮੈਂ ਨੈਕਸਟ ਵਾਰੀ ਦੱਸ ਦੂੰਗਾ, ਲੇਕਿਨ ਵੀ ਉਹ ਕਿਹੜੀ ਸਟੇਟ ਦਾ ਕਿੱਥੇ ਜਾਣਾ, ਪਰ ਉਹਨਾਂ ਦੀ ਸਾਈਟ ਤੇ ਵੀ ਅਵੇਲੇਬਲ ਹੈਗਾ। ਇਹ ਇੱਕ ਨਵੀਂ ਨਿਊਜ਼ ਜਿਹੜੀ ਆ ਇਹ USCIS ਦੀ ਆ, ਜਿਹੜੀ ਕਿ ਹੁਣੇ ਅਜੇ 31 ਤਰੀਕ ਨੂੰ ਮਈ ਨੂੰ ਇਸ਼ੂ ਹੋਈ ਹੈ। ਇਸ ਤੋਂ ਇਲਾਵਾ ਵੀਜ਼ਾ ਬੁਲੇਟਿਨ ਆ ਗਿਆ ਜੀ ਨਵਾਂ ਜੂਨ ਦਾ, ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਤੇ ਇਹਦੇ ਵਿੱਚ ਜਿਹੜੀਆਂ ਕੈਟੇਗਰੀਆਂ ਨੇ ਉਹਨਾਂ ਬਾਰੇ ਤੁਹਾਨੂੰ ਮੈਂ ਦੱਸਦਾ ਕਿ ਜਿਹੜੀ F4 ਕੈਟੇਗਰੀ ਆ ਉਹਦੇ ਚੱਲ ਰਿਹਾ ਜੀ 15 ਸਤੰਬਰ 2005 ਇੰਡੀਆ ਲਈ। ਇਹ ਹੈਗੀ ਜਿਹੜੇ US ਸਿਟੀਜ਼ਨ ਦੇ ਭਰਾ ਭੈਣ ਤੇ ਉਹਨਾਂ ਦੇ ਬੱਚਿਆਂ ਦੀ ਕੈਟੇਗਰੀ ਹੈ। F3 ਹੈਗੀ ਜਿਹੜੇ US ਸਿਟੀਜ਼ਨ ਦੇ ਮੈਰਿਡ ਬੱਚਿਆਂ ਦੀ, ਉੱਥੇ ਚੱਲ ਰਿਹਾ ਜੀ 8 ਦਸੰਬਰ 2008। F2B ਆ ਗ੍ਰੀਨ ਕਾਰਡ ਹੋਲਡਰ ਦੇ ਜਿਹੜੇ ਹਸਬੈਂਡ ਵਾਈਫ ਤੇ ਜਿਹੜੇ ਅਨਮੈਰਿਡ, ਐਕਚੁਅਲੀ ਹਸਬੈਂਡ ਵਾਈਫ ਨਹੀਂ, ਜਿਹੜੇ ਅਨਮੈਰਿਡ ਬੱਚੇ ਆ ਓਵਰ 21, ਉਹਨਾਂ ਦੀ ਆ 22 ਸਤੰਬਰ 2015। F2A ਹੈਗੀ ਆ US ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਤੇ 21 ਸਾਲ ਤੋਂ ਘੱਟ ਬੱਚੇ, ਉਹਦੀ ਹੈਗੀ ਹੈ ਜੀ 8 ਸਤੰਬਰ 2020। F1 ਕੈਟੇਗਰੀ ਹੈਗੀ ਅਨਮੈਰਿਡ ਸਨਸ ਆਫ ਐਂਡ ਡਾਟਰਸ ਆਫ US ਸਿਟੀਜ਼ਨਸ, ਉਹਦੇ ਵਿੱਚ ਹੈਗੀ ਹੈ ਜੀ 15 ਦਸੰਬਰ 2014। ਤੇ ਜਿਹੜੀਆਂ ਡੇਟਾਂ ਤੇ NVC ਨੈਸ਼ਨਲ ਵੀਜ਼ਾ ਸੈਂਟਰ ਪੇਪਰ ਲੈ ਰਿਹਾ ਇਹਨਾਂ ਹੀ ਕੈਟੇਗਰੀਆਂ 'ਚ, F4 ਕੈਟੇਗਰੀ ਜਿਹੜੀ US ਸਿਟੀਜ਼ਨ ਦੇ ਭਰਾ ਭੈਣ ਤੇ ਉਹਨਾਂ ਦੇ ਬੱਚਿਆਂ ਦੀ ਕੈਟੇਗਰੀ ਆ, NVC ਪੇਪਰ ਲੈ ਰਿਹਾ ਜੀ ਹੁਣ ਇਸ ਟਾਈਮ 22 ਫਰਵਰੀ 2006। F3 ਕੈਟੇਗਰੀ ਜਿਹੜੇ US ਸਿਟੀਜ਼ਨ ਦੇ ਮੈਰਿਡ ਬੱਚਿਆਂ ਦੀ ਆ ਉਹ 'ਚ ਲੈ ਰਿਹਾ ਜੀ 8 ਫਰਵਰੀ 2010। F2B ਗ੍ਰੀਨ ਕਾਰਡ ਹੋਲਡਰ ਦੇ ਓਵਰ 21 ਬੱਚੇ ਆ ਜੀ 1 ਜਨਵਰੀ 2017। F2A ਕਰੰਟ ਆ। F1 ਤੇ ਚੱਲ ਰਿਹਾ ਜੀ ਜਨਵਰੀ 1 2017। ਸੋ ਇਹਨਾਂ ਦੇ ਵਿੱਚ NVC ਪੇਪਰ ਲੈ ਰਹੀ ਆ। ਥੋੜ੍ਹੀ ਜਿਹੀ ਮੂਵਮੈਂਟ ਹੋਈ ਹੈ ਜੀ, ਅੱਗੇ ਵਧਿਆ ਕੰਮ। F4 ਕੈਟੇਗਰੀ ਕਾਫੀ ਸਲੋ ਆ, ਲੇਕਿਨ ਇਹਦੇ ਮੁਕਾਬਲੇ ਦੇ ਵਿੱਚ ਜਿਹੜੀ F3 ਕੈਟੇਗਰੀ ਆ ਥੋੜ੍ਹੀ ਜਿਹੀ ਤੇਜ਼ ਹੋਈ ਆ, ਤੇ ਜਿਹੜੀ F2B ਕੈਟੇਗਰੀ ਆ ਉਹ ਵੀ ਤੇਜ਼ ਹੋਈ ਆ, ਤੇ ਥੋੜ੍ਹੀ ਤੇਜ਼ੀ ਹੈਗੀ ਆ, ਪਰ ਹੋਰ ਜ਼ਿਆਦਾ ਹੋਣੀ ਚਾਹੀਦੀ ਆ ਕਿਉਂਕਿ ਬਹੁਤ ਜ਼ਿਆਦਾ ਬੈਕਲੌਗ ਆ। ਹੁਣ ਦੇਖੋ ਕਿਵੇਂ ਪੂਰਾ ਕਰਦੇ ਆ। ਇਸੇ ਸਿਲਸਿਲੇ 'ਚ ਤੁਹਾਨੂੰ ਮੈਂ ਦੱਸਦਾ ਕਿ ਪਿਛਲੇ ਹਫ਼ਤੇ ਸਾਡੀ ਮੀਟਿੰਗ ਕੈਲੀਫੋਰਨੀਆ ਦੇ ਵਿੱਚ ਜਿਹੜੀ ਕਿ ਮੈਂ ਹੀ ਆਰਗੇਨਾਈਜ਼ ਕੀਤੀ ਸੀ, ਉਹ ਸੈਨੇਟਰ ਬੌਬ ਮਨੈਂਡਸ ਜਿਹੜੇ ਕਿ ਸੈਨੇਟ ਦੀ ਫੋਰਨ ਰਿਲੇਸ਼ਨ ਕਮੇਟੀ ਦੇ ਚੇਅਰਮੈਨ ਨੇ, ਬੜੇ ਸੀਨੀਅਰ ਸੈਨੇਟਰ ਨਿਊ ਜਰਸੀ ਤੋਂ, ਉਹਨਾਂ ਨਾਲ ਹੋਈ। ਉਹ ਇੱਥੇ ਬੇ ਏਰੀਏ 'ਚ ਆਏ ਸੀਗੇ, ਉਹਨਾਂ ਨਾਲ ਸਾਡੀ ਲੰਚਨ ਮੀਟਿੰਗ ਸੀ। ਉਹਦੇ ਵਿੱਚ ਅਸੀਂ ਇਹ ਜਿਹੜਾ ਇਸ਼ੂ ਸੀ ਇਮੀਗ੍ਰੇਸ਼ਨ ਵਾਲਾ ਮੈਂ ਉਠਾਇਆ, ਉਹਨਾਂ ਨੂੰ ਜਿਹੜਾ ਬਿੱਲਾਂ ਬਾਰੇ ਵੀ ਪੁੱਛਿਆ, ਜਿਹੜਾ ਬੈਕਲੌਗ ਆ ਉਹਦੇ ਬਾਰੇ ਵੀ ਪੁੱਛਿਆ, ਤੇ ਉਹਨਾਂ ਨੂੰ ਸਗੋਂ ਜਿਹੜੀਆਂ ਸਿਟੀਜ਼ਨਸ਼ਿਪ ਵਗੈਰਾ ਦੀਆਂ ਇੰਟਰਵਿਊਜ਼ ਹੁੰਦੀਆਂ ਨੇ ਜਿਹਦੇ ਵਿੱਚ ਹੁਣ N648 ਵਗੈਰਾ ਫਾਰਮ ਐਕਸੈਪਟ ਕੀਤੇ ਜਾਂਦੇ ਆ, ਇਹਦੇ ਬਾਰੇ ਮੈਂ ਦਸੰਬਰ ਦੇ ਵਿੱਚ ਇਹਨਾਂ ਨਾਲ ਮੀਟਿੰਗ ਕੀਤੀ ਸੀ ਇੱਕ। ਉਹ 'ਚ ਮੈਂ ਕਿਹਾ ਸੀ ਵੀ ਜਿਹੜੇ ਐਲੀਜੀਬਲ ਬੰਦੇ ਨੇ, ਕਾਫੀ ਓਲਡ ਨੇ ਜਾਂ ਬਿਮਾਰ ਨੇ, ਉਹਨਾਂ ਦੇ ਇਮੀਗ੍ਰੇਸ਼ਨ ਫਾਰਮ ਨਹੀਂ ਲੈ ਰਹੀ ਟੈਸਟ ਮਾਫੀ ਦੇ। ਇਹਨਾਂ ਨੇ ਫਿਰ ਇਮੀਗ੍ਰੇਸ਼ਨ ਦੇ ਡਾਇਰੈਕਟਰ ਨਾਲ ਗੱਲ ਕੀਤੀ ਉਦੋਂ, ਤੇ ਉਹ ਪ੍ਰੋਸੈਸ ਕਾਫੀ ਸੁਧਾਰ ਆਇਆ। ਉਹਦੇ ਬਾਰੇ ਵੀ ਉਹਨਾਂ ਦਾ ਥੈਂਕਸ ਕੀਤਾ, ਤੇ ਉਹਨਾਂ ਨੂੰ ਦੱਸਿਆ ਕਿ ਬੈਕਲੌਗ ਦੂਰ ਹੋਣ ਵਾਸਤੇ ਕੋਈ ਹੋਣਾ ਚਾਹੀਦਾ। ਜਿਹੜੀ ਐਮਬੈਸੀ ਆ ਉਹ ਵੀ ਜਿਹੜੇ ਖਾਸ ਕਰਕੇ ਪੰਜਾਬ ਦੇ ਕੇਸ ਆ ਉਹਨਾਂ ਦੀ ਇੰਟਰਵਿਊ ਜੇ ਦਿੱਲੀ 'ਚ ਹੋ ਜਾਵੇ ਬੈਟਰ ਆ, ਉਹਦੇ ਬਾਰੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਉਹਦੇ ਬਾਰੇ ਵੀ ਗੱਲਬਾਤ ਹੋਈ। ਹੋਰ ਜਿਹੜੇ ਬਾਇਓਲੈਟਰਲ ਰਿਲੇਸ਼ਨਸ ਹੈਗੇ ਆ ਉਹਨਾਂ ਬਾਰੇ ਗੱਲਬਾਤ ਉਹਨਾਂ ਨਾਲ ਹੋਈ, ਤੇ ਕਾਫੀ ਸਾਡੀ ਮੀਟਿੰਗ ਕਾਮਯਾਬ ਰਹੀ। ਹੁਣ ਅਗਲੀ ਮੀਟਿੰਗ ਅਸੀਂ ਫੇਰ ਮਹੀਨੇ ਤੱਕ ਜਿਹੜੀ ਕਰਾਂਗੇ, ਤੇ ਇੱਕ ਸਾਡੇ ਕੋਲ ਹੋਰ ਸੈਨੇਟਰ ਹੋਪਫੁਲੀ ਅਗਲੇ ਹਫ਼ਤੇ ਆ ਰਹੇ, ਉਹਨਾਂ ਨਾਲ ਵੀ ਗੱਲਬਾਤ ਆਹੀ ਇਮੀਗ੍ਰੇਸ਼ਨ ਬਾਰੇ ਕਰ ਰਹੇ ਹਾਂ। ਸਾਡੀ ਕੋਸ਼ਿਸ਼ ਹੈ ਵੀ ਜਿੰਨਾ ਵੀ ਹੋ ਸਕੇ, ਬਾਕੀ ਤਾਂ ਤੁਹਾਨੂੰ ਪਤਾ ਵੀ ਸਰਕਾਰਾਂ ਦੇ ਆਪਣੀਆਂ ਨੀਤੀਆਂ ਪਾਲਿਸੀਆਂ ਹੁੰਦੀਆਂ, ਇਹਦੇ ਬਾਰੇ ਜਿਵੇਂ ਹੋਇਆ ਤੁਹਾਨੂੰ ਮੈਂ ਜਾਣਕਾਰੀ ਜਿਹੜੀ ਆ ਉਹ ਦਿੰਦਾ ਰਹਾਂਗਾ। ਇਹਦੇ ਬਾਅਦ ਹੁਣ ਇੰਪੋਰਟੈਂਟ ਚੀਜ਼ ਆ ਜੀ ਜਿਹੜੀ ਆਪਾਂ ਕਰਨੀ ਆ, ਉਹ ਹੈਗੀ ਬਾਰਡਰ ਦੀ ਸਿਚੁਏਸ਼ਨ ਬਾਰੇ, ਜਿਹੜੇ ਤੁਸੀਂ ਸਾਰੇ ਹੀ ਉਡੀਕਦੇ ਹੋ। ਬਾਰਡਰ ਦੀ ਸਿਚੁਏਸ਼ਨ ਇਹ ਆ ਕਿ ਜਿਹੜੇ ਆਪਣੇ ਲੋਕ ਇੰਡੀਆ ਤੋਂ ਆ ਰਹੇ ਆ, ਖਾਸ ਕਰਕੇ ਪੰਜਾਬ ਹਰਿਆਣਾ ਵਗੈਰਾ, ਉਹਨਾਂ ਨੂੰ ਐਂਟਰੀ ਮਿਲ ਰਹੀ ਆ। 8 ਕੇਸ ਸਾਡੇ ਕੋਲ ਉਹਨਾਂ ਬੰਦਿਆਂ ਦੇ ਆਏ ਆ ਪਿਛਲੇ ਹਫ਼ਤੇ, ਜਿਹੜੇ ਮਈ 28 ਨੂੰ ਇੱਥੇ ਐਂਟਰ ਹੋਏ ਆ, ਤੇ 10 ਕੇਸ ਸਾਡੇ ਕੋਲ ਆਏ ਆ ਜਿਹੜੇ ਕਿ 30 ਮਈ ਨੂੰ ਤੇ 31 ਮਈ ਨੂੰ ਐਂਟਰ ਹੋਏ ਆ। ਸੋ ਲੋਕ ਐਂਟਰੀ ਮਿਲ ਰਹੀ ਆ, ਤੇ ਉਹਨਾਂ ਨੂੰ ਬਾਰਡਰ ਦੇ ਉੱਪਰ ਜਦੋਂ ਉਹ ਕਹਿੰਦੇ ਆ ਵੀ ਸਾਨੂੰ ਖਤਰਾ ਹੈਗਾ, ਉਸ ਹਿਸਾਬ ਨਾਲ ਐਂਟਰੀ ਦੇ ਕੇ ਉਹਨਾਂ ਨੂੰ ਇੱਥੇ ਉਹ ਆ ਰਹੇ ਨੇ। ਪਰ ਜਿਹੜੇ ਸੈਂਟਰਲ ਅਮਰੀਕਨ ਕੰਟਰੀਜ਼ ਤੋਂ ਆਉਂਦੇ ਆ, ਖਾਸ ਕਰਕੇ ਗੁਆਟੇਮਾਲਾ, ਹੇਟੀ ਹੋ ਗਿਆ, ਜਾਂ ਹੰਡੋਰਸ ਹੋ ਗਿਆ, ਐਲ ਸੈਲਵਾਡੋਰ ਵਗੈਰਾ, ਉਹਨਾਂ ਨੂੰ ਐਂਟਰੀ ਨਹੀਂ ਮਿਲਦੀ।
ਤੇ ਕਿਉਂਕਿ 2 ਕੇਸ ਕੋਰਟਾਂ ਦੇ ਵਿੱਚ ਕੀਤੇ ਹੋਏ ਆ ਜਿਨ੍ਹਾਂ ਬਾਰੇ ਮੈਂ ਜਾਣਕਾਰੀ ਦਿੱਤੀ ਸੀ, ਉਹ ਸਟਿਲ ਪੈਂਡਿੰਗ ਨੇ ਅਜੇ, ਪਰ ਆਪਣੇ ਬੰਦਿਆਂ ਨੂੰ ਜਿਹੜੀ ਐਂਟਰੀ ਆ ਮਿਲ ਰਹੀ ਆ। ਇਹਦਾ ਮਤਲਬ ਇਹ ਨਹੀਂ ਕਿ ਮੈਂ ਸਾਰਿਆਂ ਨੂੰ ਕਹਿ ਰਿਹਾ ਕਿ ਐਂਟਰੀ ਮਿਲ ਰਹੀ ਆ ਤੇ ਬਹੁਤ ਵਧੀਆ। ਮੇਰੀ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਵੀ ਇੱਥੇ ਕੋਈ ਬੰਦਾ ਆਉਂਦਾ ਇੱਦਾਂ ਰਿਸਕ ਲੈ ਕੇ, ਉਹ ਗਲਤ ਹੈ, ਗੈਰ ਕਾਨੂੰਨੀ ਆ, ਨਹੀਂ ਆਉਣਾ ਚਾਹੀਦਾ। ਉਹਦੀ ਆਪਣੀ ਜਾਨ ਨੂੰ ਵੀ ਖਤਰਾ ਹੋ ਸਕਦਾ। ਲੀਗਲ ਤਰੀਕੇ ਨਾਲ ਅਮਰੀਕਾ ਆਓ, ਵੀਜ਼ਾ ਮਿਲਦਾ ਆਓ, ਜਾਂ ਜੇ ਤੁਸੀਂ ਅਸੈਲਮ ਦਾ ਕੇਸ ਵੀ ਕਰਨਾ ਤਾਂ ਕਰੋ ਜੇ ਕੇਸ ਸੱਚਾ, ਤੁਹਾਡੇ ਕੋਲ ਪ੍ਰੋਪਰ ਡਾਕੂਮੈਂਟੇਸ਼ਨ ਹੈ, ਅਸੈਲਮ ਦੇ 5 ਗਰਾਊਂਡਾਂ 'ਚ ਤੁਹਾਡਾ ਕੇਸ ਆ। ਇੱਦਾਂ ਇਲੀਗਲ ਆਉਣਾ ਜਿਹੜਾ ਉਹ ਗਲਤ ਆ। ਲੇਕਿਨ ਕਿਉਂਕਿ ਲੋਕ ਜਾਣਕਾਰੀ ਮੰਗਦੇ ਵੀ ਸਾਨੂੰ ਦੱਸੋ ਹਾਲਾਤ ਕੀ ਆ, ਉਹਦੇ ਬਾਰੇ ਮੈਂ ਦੱਸ ਰਿਹਾ ਕਿ ਐਂਟਰੀ ਮਿਲ ਰਹੀ ਆ, ਲੋਕ ਆ ਰਹੇ ਆ, ਸਾਡੇ ਕੋਲ ਆ ਰਹੇ ਨੇ। ਸੋ ਲਗਾਤਾਰ ਹੀ 12 ਤਰੀਕ ਤੋਂ ਬਾਅਦ ਜਦੋਂ ਤੋਂ ਆਹ ਟਾਈਟਲ 42 ਐਂਡ ਹੋਇਆ, ਲੋਕ ਆ ਰਹੇ ਆ ਤੇ ਉਹਨਾਂ ਨੂੰ ਅਸੀਂ ਪੁੱਛਦੇ ਹਾਂ ਵੀ ਕਿੱਦਾਂ, ਉਹ ਦੱਸ ਰਹੇ ਕਿ ਸਾਨੂੰ ਇੱਥੇ ਐਂਟਰੀ ਜਿਹੜੀ ਆ ਉਹ ਮਿਲ ਰਹੀ ਆ। ਸੋ ਇਹ ਸੀ ਜੀ ਇੰਪੋਰਟੈਂਟ ਖਬਰਾਂ, ਤੇ ਹੁਣ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦਾ ਸਮਾਂ ਹੋ ਗਿਆ। ਸੋ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਜਿਹੜੀ ਗੱਲ ਕਰਨੀ ਆ ਉਹ ਕਰਨੀ ਹੈਗੀ ਆ ਸਿਟੀਜ਼ਨਸ਼ਿਪ ਬਾਰੇ, ਕਿ ਕਈ ਬੰਦੇ ਪੁੱਛਦੇ ਨੇ ਕਿ ਸਿਟੀਜ਼ਨਸ਼ਿਪ ਦੀਆਂ ਜਿਹੜੀਆਂ ਇੰਟਰਵਿਊ ਨੇ ਉਹਨਾਂ 'ਚ ਕੀ ਹੈਗਾ। ਤੇ ਉਹਦੇ ਬਾਰੇ ਇਸ ਤਰ੍ਹਾਂ ਜੀ ਕਿ ਜਿਵੇਂ ਮੈਂ ਅੱਗੇ ਵੀ ਦੱਸਦਾ ਰਹਿੰਦਾ ਕਿ ਸਿਟੀਜ਼ਨਸ਼ਿਪ ਦੇ ਲਈ ਹੁਣ ਫਾਸਟ ਆ ਪ੍ਰੋਗਰਾਮ, 3 ਤੋਂ 6 ਮਹੀਨੇ 'ਚ ਇੰਟਰਵਿਊ ਆ ਜਾਂਦੀ ਆ। N648 ਜਿਹੜਾ ਫਾਰਮ ਹੁੰਦਾ, ਇਹਦੇ ਬਾਰੇ ਵੀ ਕਾਫੀ ਸਵਾਲ ਆਏ ਆ ਵੀ ਕੀ ਆ ਇਹ। ਬੇਸਿਕਲੀ ਕੀ ਆ ਕਿ ਜੇ ਕੋਈ ਡਾਕਟਰ ਲਿਖ ਦੇਵੇ ਕਿ ਇਹ ਬੰਦਾ ਜਿਹੜਾ ਹੈਗਾ ਉਹਦੀ ਏਜ ਜ਼ਿਆਦਾ ਹੋਣ ਕਰਕੇ ਜਾਂ ਬਿਮਾਰ ਹੋਣ ਕਰਕੇ ਜਾਂ ਮੈਂਟਲੀ ਜਿਹੜੀ ਹੈਗੀ ਆ ਯਾਦਾਸ਼ਤ ਨਹੀਂ ਹੈਗੀ, ਭੁੱਲ ਜਾਂਦੇ ਆ, ਜਾਂ ਡਿਪਰੈਸ਼ਨ, ਇੱਦਾਂ ਦੀਆਂ ਬਿਮਾਰੀਆਂ, ਇੰਗਲਿਸ਼ ਨਹੀਂ ਸਿੱਖ ਸਕਦੇ, ਨਵੀਂ ਲੈਂਗੁਏਜ ਆਨਸਰ ਨਹੀਂ ਪ੍ਰੋਪਰ ਕਰ ਸਕਦੇ, ਤਾਂ ਉਹਨਾਂ ਜਿਹੜਾ ਉਹ ਟੈਸਟ ਹੁੰਦਾ ਲੈਂਗੁਏਜ ਦਾ, ਇੰਗਲਿਸ਼ ਲੈਂਗੁਏਜ ਦਾ, ਸਿਵਿਕ ਦਾ, ਉਹ ਟੈਸਟ ਮਾਫ ਹੋ ਜਾਂਦਾ ਤੇ ਉਹ ਉਹਨਾਂ ਜੇ ਪ੍ਰਾਇਮਰੀ ਡਾਕਟਰ ਜਿਹੜਾ ਸਪੈਸ਼ਲਿਸਟ ਆ ਉਹ ਲਿਖ ਕੇ ਦਿੰਦਾ। ਇਹ ਐਪਲੀਕੇਸ਼ਨਾਂ ਅੱਗੇ ਵੀ ਲੱਗਦੀਆਂ ਸੀ, ਲਾਅ ਪੁਰਾਣਾ, ਪਰ ਪਹਿਲਾਂ ਇਮੀਗ੍ਰੇਸ਼ਨ ਇਹਨੂੰ ਐਕਸੈਪਟ ਨਹੀਂ ਸੀ ਕਰ ਰਹੀ। ਆਹ ਜਨਵਰੀ ਤੋਂ ਬਾਅਦ N648 ਜ਼ਿਆਦਾ ਐਕਸੈਪਟ ਹੋ ਰਿਹਾ। ਸੋ ਜਿਹੜੇ ਡਾਕਟਰ ਦਾ ਲੈਟਰ ਦਿੰਦੇ ਉਹਨਾਂ ਨੂੰ ਬਣਾ ਰਹੇ ਆ। ਤੇ ਉਹਦੇ ਬਾਰੇ ਮੈਂ ਸੈਂਟਰ ਮੈਨੇਂਡਸ ਨਾਲ ਸਾਡੀ ਹੋਈ ਸੀ ਦਸੰਬਰ ਦੇ ਵਿੱਚ ਗੱਲ, ਅਸੀਂ ਵੀ ਮਸਲਾ ਉਠਾਇਆ ਸੀ ਵੀ ਜਿਹੜੇ ਬੰਦੇ ਡਿਜ਼ਰਵਿੰਗ ਨੇ, ਓਲਡ ਨੇ, ਵੀਲ ਚੇਅਰ 'ਤੇ ਆਉਂਦੇ, ਉਹਨਾਂ ਦੀ ਵੀ ਐਕਸੈਪਟ ਨਹੀਂ ਕਰਦੇ। ਉਹਨਾਂ ਨੇ ਇਮੀਗ੍ਰੇਸ਼ਨ ਨਾਲ ਗੱਲ ਕੀਤੀ ਤੇ ਹੋਰਾਂ ਨੇ ਵੀ ਕੀਤੀ ਹੋਣੀ ਆ। ਸੋ ਇਮੀਗ੍ਰੇਸ਼ਨ ਨੇ ਹੁਣ ਪਾਲਿਸੀ ਨਰਮੀ ਆ, ਉਹਦੇ 'ਚ ਕਾਫੀ ਸਿਟੀਜ਼ਨ ਬਣ ਰਹੇ ਨੇ। 5 ਸਾਡੇ ਇਹੋ ਜਿਹੇ ਜਿਹੜੇ ਹੈਗੇ ਪਿਛਲੇ ਹਫ਼ਤੇ ਦੇ ਵਿੱਚ ਸਿਟੀਜ਼ਨ ਬਣੇ ਆ ਜਿਨ੍ਹਾਂ ਨੂੰ ਕਿ ਇੰਗਲਿਸ਼ ਦੀ ਪ੍ਰੋਬਲਮ ਸੀ, ਇੰਗਲਿਸ਼ ਨਹੀਂ ਸੀ ਆਉਂਦੀ, ਪਰ ਡਾਕਟਰ ਦਾ ਲੈਟਰ ਸੀਗਾ N648 ਫਾਰਮ 'ਤੇ, ਉਹ ਭਰ ਕੇ ਬਣੇ ਆ। ਸੋ ਇਹ ਜਿਹੜੀ ਆ ਇਹ ਇੰਪੋਰਟੈਂਟ ਖਬਰ ਆ। ਦੂਜਾ ਸਵਾਲ ਹੈਗਾ ਜੀ ਕਿ ਇਹ ਪੁੱਛਦੇ ਆ ਕਿ ਇਹ ਦੱਸੋ ਕਿ ਜਿਹੜੇ ਬਾਰਡਰ ਤੋਂ ਲੋਕ ਆ ਰਹੇ ਆ ਉਹਨਾਂ ਨੂੰ ਐਂਟਰੀ ਮਿਲ ਰਹੀ ਆ ਕਿ ਨਹੀਂ। ਮੈਂ ਦੱਸ ਕੇ ਹਟਿਆ ਜੀ ਕਿ ਆ ਰਹੇ ਨੇ ਆਪਣੇ ਪੰਜਾਬ ਤੇ ਹਰਿਆਣਾ ਤੋਂ ਜਾਂ ਇੰਡੀਆ ਤੋਂ ਲੋਕਾਂ ਨੂੰ ਐਂਟਰੀ ਮਿਲ ਰਹੀ ਆ, ਪਰ ਉਹਦਾ ਮਤਲਬ ਇਹ ਨਹੀਂ ਆ ਕਿ ਆਉਣਾ ਠੀਕ ਆ। ਇਸ ਤਰੀਕੇ ਨਾਲ ਆਉਣਾ ਗਲਤ ਆ। ਲੀਗਲ ਤਰੀਕੇ ਨਾਲ ਆਓ, ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਤੁਹਾਨੂੰ ਨਹੀਂ ਆਉਣਾ ਚਾਹੀਦਾ, ਕਿਉਂਕਿ ਇਹ ਤੁਹਾਡੀ ਜਾਨ ਨੂੰ ਵੀ ਖਤਰਾ ਹੋ ਸਕਦਾ ਤੇ ਪਲੱਸ ਕੋਈ ਗਰੰਟੀ ਨਹੀਂ ਕਿ ਮਿਲੇ, ਪਰ ਐਂਟਰੀ ਮਿਲ ਰਹੀ ਆ। ਸਾਡੇ ਕੋਲ ਆ ਪਿਛਲੇ ਦਿਨਾਂ ਦੇ ਵਿੱਚ ਜਿਉਂ ਤੋਂ ਖਤਮ ਹੋਇਆ ਟਾਈਟਲ 42 ਹੁਣ ਤੱਕ ਸਾਡੇ ਕੋਲ ਲੋਕ ਆਏ ਆ। 16 ਤਰੀਕ ਨੂੰ ਵੀ ਆਏ ਆ, 18 ਨੂੰ ਵੀ ਆਏ ਆ, ਹੁਣ ਆ ਫੇਰ ਆਏ ਆ, 30 ਤੇ 31 ਨੂੰ ਵੀ ਆਏ ਆ। ਸੋ ਇਸ ਤਰ੍ਹਾਂ ਐਂਟਰੀ ਜਿਹੜੀ ਹੈਗੀ ਲੋਕਾਂ ਨੂੰ ਉਹ ਮਿਲ ਰਹੀ ਹੈ। ਅਗਲਾ ਸਵਾਲ ਹੈ ਜੀ ਕਿ ਗਾਰਡੀਅਨਸ਼ਿਪ ਨੂੰ ਕਿੰਨਾ ਟਾਈਮ ਲੱਗਦਾ, ਕੀ ਪ੍ਰੋਸੈਸ ਹੈ। ਦੇਖੋ ਗਾਰਡੀਅਨਸ਼ਿਪ ਵਾਸਤੇ ਇਹ ਜ਼ਰੂਰੀ ਹੈ ਕਿ ਤਾਂ ਜਿਹੜੀ ਉਮਰ ਆ ਬੱਚੇ ਦੀ 21 ਸਾਲ ਤੋਂ ਘੱਟ ਹੋਵੇ, ਖਾਸ ਕਰਕੇ ਕੈਲੀਫੋਰਨੀਆ, ਨਿਊਯਾਰਕ ਵਗੈਰਾ ਸਟੇਟਾਂ 'ਚ ਜਿਹੜਾ ਗਾਰਡੀਅਨ ਹੈ ਉਹ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਹੋਵੇ, ਉਹਦੇ ਕੋਲ ਬੱਚੇ ਨੂੰ ਰਹਿਣਾ ਪੈਂਦਾ। ਤੇ ਫਿਰ ਉਹਦੀ ਬੇਸ 'ਤੇ ਪਹਿਲਾਂ ਤਾਂ ਜਿਹੜੀ ਗਾਰਡੀਅਨਸ਼ਿਪ ਤੇ ਸਿਜ ਸਪੈਸ਼ਲ ਇਮੀਗ੍ਰੈਂਟ ਜੁਵਨਾਈਲ ਸਟੇਟਸ, ਇਹ ਕੇਸ ਅਪਰੂਵ ਹੁੰਦਾ। ਫਿਰ ਉਸ ਤੋਂ ਬਾਅਦ ਅੱਗੇ ਇਮੀਗ੍ਰੇਸ਼ਨ ਜਾਂਦਾ, ਉੱਥੇ I-360 ਪਟੀਸ਼ਨ ਤੇ 485 ਕਰਨਾ ਪੈਂਦਾ, ਉਹ 'ਚ ਹੋ ਜਾਂਦਾ ਪ੍ਰੋਸੈਸ। ਇਹਦਾ ਜਿਹੜਾ ਲੋਕਲ ਕੋਰਟ ਆ ਉਹਦੇ ਵਿੱਚ ਤਕਰੀਬਨ 3 ਤੋਂ 6 ਮਹੀਨੇ ਦਾ ਹੈਗਾ, ਇਮੀਗ੍ਰੇਸ਼ਨ ਦੇ ਵਿੱਚ ਸਾਲ ਤੋਂ 1.5 ਸਾਲ ਦਾ ਹੈ। ਇਹ 'ਚ ਲੀਗਲ ਐਂਟਰੀ ਦੀ ਲੋੜ ਨਹੀਂ ਹੁੰਦੀ। ਜਿਹਦੀ ਲੀਗਲ ਐਂਟਰੀ ਆ ਉਹ ਵੀ ਕਰ ਸਕਦਾ, ਜਿਹਦੀ ਇਲੀਗਲ ਐਂਟਰੀ ਆ ਉੱਦਾਂ ਆ ਉਹ ਵੀ ਕਰ ਸਕਦਾ, ਕੋਈ ਪ੍ਰੋਬਲਮ ਨਹੀਂ। ਅਗਲਾ ਸਵਾਲ ਹੈ ਜੀ ਕਿ ਬਲੱਡ ਰਿਲੇਸ਼ਨ ਬਾਰੇ ਅਪਡੇਟ ਤੋਂ ਮੈਂ ਦੇ ਕੇ ਹਟਿਆ ਜੀ, ਹੁਣੇ ਮੈਂ ਪੜ੍ਹ ਕੇ ਹਟਿਆ ਵੀਜ਼ਾ ਬੁਲੇਟਿਨ ਕਿ ਜੂਨ ਦਾ ਆ ਗਿਆ। ਥੋੜ੍ਹੀ ਜਿਹੀ ਇੰਪਰੂਵਮੈਂਟ ਹੈਗੀ ਹੈ, ਪਰ ਜ਼ਿਆਦਾ ਇੰਪਰੂਵਮੈਂਟ ਕੋਈ ਨਹੀਂ, ਉਹ ਹੋਣੀ ਚਾਹੀਦੀ ਹੈ। ਅਗਲਾ ਸਵਾਲ ਹੈ ਜੀ ਕਿ 601 ਵੇਵਰ ਕਿੱਦਾਂ ਅਪਲਾਈ ਹੁੰਦਾ। 601 ਵੇਵਰ 2 ਕਿਸਮ ਦੇ ਆ ਜੀ, 601 ਹੈ, 601A ਆ। ਇਹ 601 ਵੇਵਰ ਜਿਹੜਾ ਇਹ ਜੇ ਗ੍ਰੀਨ ਕਾਰਡ ਪ੍ਰੋਸੈਸ ਦੇ ਵਿੱਚ ਕੋਈ ਗਲਤੀ ਹੋਈ ਆ ਉਹਨੂੰ ਮੈਂਡ ਕਰਨ ਵਾਸਤੇ ਹੁੰਦਾ। ਇਹਦੇ ਬਾਰੇ ਮੈਂ ਡਿਟੇਲ ਦੇ ਵਿੱਚ ਕੋਈ ਪ੍ਰੋਗਰਾਮ ਕਰੂੰਗਾ, ਕੋਈ ਕਾਫੀ ਇਹਦੇ ਵਿੱਚ ਕਾਫੀ ਲੰਬਾ ਚੌੜਾ ਜਿਹੜਾ ਹੈਗਾ ਉਹ ਇਹਦੀਆਂ ਪ੍ਰੋਵੀਜ਼ਨਸ ਹੈਗੀਆਂ। ਅਗਲਾ ਸਵਾਲ ਹੈ ਜੀ ਕਿ ਅਸਾਈਲਮ ਜਦੋਂ ਅਪਲਾਈ ਕਰਦੇ ਹਾਂ ਕਿੰਨਾ ਟਾਈਮ ਲੱਗਦਾ ਤੇ ਵਰਕ ਪਰਮਿਟ ਕਦੋਂ ਮਿਲਦਾ। ਇਹ ਡਿਪੈਂਡ ਕਰਦਾ ਜੀ, ਜੇ ਆਪਾਂ ਅਸਾਈਲਮ ਆਫਿਸ 'ਚ ਕਰ ਰਹੇ ਹਾਂ, ਅੱਜ ਕੱਲ੍ਹ ਉਹਨਾਂ ਕੋਲ ਡੇਟਾ ਨਹੀਂ, ਅਪਾਇੰਟਮੈਂਟਾਂ ਨਹੀਂ ਹੈਗੀਆਂ, ਕਈਆਂ ਨੂੰ 2-3 ਸਾਲ ਲੱਗਦੇ, ਕਈਆਂ ਨੂੰ 6-6 ਸਾਲ ਵੀ ਲੱਗ ਰਹੇ ਆ। ਲੇਕਿਨ ਵਰਕ ਪਰਮਿਟ ਜਿਹੜਾ 180 ਦਿਨ ਬਾਅਦ ਬੰਦਾ ਅਪਲਾਈ ਕਰ ਸਕਦਾ, 6 ਮਹੀਨੇ ਬਾਅਦ ਉਹ ਸਾਰਿਆਂ ਨੂੰ ਮਿਲ ਰਹੇ ਆ। ਅਗਲਾ ਸਵਾਲ ਹੈ ਜੀ ਕਿ F4 ਵੀਜ਼ੇ 'ਤੇ ਜਿਹੜਾ ਕੀ ਚੱਲ ਰਿਹਾ ਅਤੇ ਕਿੰਨਾ ਟਾਈਮ ਹੈ। ਮੈਂ ਦੱਸ ਕੇ ਹਟਿਆ ਜੀ ਕਿ ਜਿਹੜਾ F4 ਵੀਜ਼ਾ ਆ ਉਹਦੇ ਵਿੱਚ ਜਿਹੜੀ ਹੁਣ ਅੱਜ ਕੱਲ੍ਹ ਜਿਹੜੀ ਪ੍ਰੋਸੈਸਿੰਗ ਆ ਉਹ ਉਹੀ ਚੱਲ ਰਿਹਾ 2005 ਹੀ, ਪਰ ਅੱਗੇ ਨਾਲੋਂ ਥੋੜ੍ਹੀ ਤੇਜ਼ੀ ਹੋਈ ਆ।
F4 ਕੈਟਾਗਰੀ ਜਿਹੜੀ ਆ US ਸਿਟੀਜ਼ਨ ਜਿਹੜੇ ਭਰਾ ਭੈਣ ਤੇ ਉਹਨਾਂ ਦੇ ਜਿਹੜੇ ਓਵਰ ਜਾਂ ਅੰਡਰ 21 ਬੱਚੇ ਉਹਨਾਂ ਲਈ ਆ। ਇਹਦੇ ਚੱਲ ਰਿਹਾ ਜੀ 15 ਸਤੰਬਰ 2005। ਪਰ ਜਿਹੜੇ NVC ਡਾਕੂਮੈਂਟ ਮੰਗ ਰਹੀ ਆ ਇਹਦੇ ਵਿੱਚ, ਕਿਉਂਕਿ ਉਹ ਡਾਕੂਮੈਂਟ ਪਹਿਲਾਂ ਮੰਗੇ ਜਾਂਦੇ ਆ, ਉਹ ਤਕਰੀਬਨ ਜਿਹੜੀ ਡਾਕੂਮੈਂਟੇਸ਼ਨ ਹੈਗੀ ਆ ਉਹ ਹੈਗੀ ਆ ਜੀ ਹੁਣ 22 ਫਰਵਰੀ 2006। ਸਲੋ ਹੈਗੀ ਆ ਮੂਵਮੈਂਟ, ਪਰ ਅੱਗੇ ਨਾਲੋਂ ਥੋੜ੍ਹੀ ਜਿਹੀ ਜ਼ਿਆਦਾ ਜ਼ਰੂਰ ਆ। ਅਗਲਾ ਸਵਾਲ ਹੈ ਜੀ ਕਿ ਮੇਰੇ ਫਾਦਰ ਸਾਹਿਬ ਨੇ ਮੇਰੀ ਸਿਸਟਰ ਨੇ ਮੇਰੀ ਖਾਲਸਾ ਦੀ ਪਟੀਸ਼ਨ ਅਪਲਾਈ ਕੀਤੀ ਆ, ਅਤੇ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਡਿਪੋਰਟ ਹੋ ਕੇ ਗਏ ਸੀ UK ਤੋਂ, ਅਤੇ ਉਹਨਾਂ ਦਾ ਕੀ ਆ, ਦੇਖੋ ਹੋ ਸਕਦਾ ਉਹਦੇ ਵਿੱਚ ਕੋਈ ਉਹਨਾਂ ਨੂੰ ਜਾਣਕਾਰੀ ਦੇਣੀ ਪਊਗੀ। ਇਮੀਗ੍ਰੇਸ਼ਨ ਰੀਜ਼ਨ ਮੰਗ ਸਕਦੇ ਆ ਵੀ ਕਿਉਂ ਡਿਪੋਰਟ ਹੋ ਕੇ ਗਏ, ਜੇ ਕੋਈ ਕ੍ਰਿਮੀਨਲ ਰੈਕਡ ਵਗੈਰਾ ਸੀਗਾ ਉਹਦੀ ਪ੍ਰੋਬਲਮ ਆ ਸਕਦੀ ਆ। ਅਦਰਵਾਈਜ਼ ਜਿਹੜਾ ਅਮਰੀਕਾ ਤੋਂ ਡਿਪੋਰਟ ਹੋ ਕੇ ਜਾਂਦਾ ਉਹ ਵੱਖਰਾ ਸਿਚੁਏਸ਼ਨ ਹੈ, ਕਿਸੇ ਹੋਰ ਹੋ ਕੇ ਜਾਂਦਾ ਉਹ ਵੱਖਰਾ ਸਿਚੁਏਸ਼ਨ ਆ। ਅਤੇ ਅਗਲਾ ਸਵਾਲ ਹੈ ਜੀ ਕਿ ਅਪੀਲ ਪਾਸ ਹੁੰਦੀ ਹੈ ਕਿ ਨਹੀਂ ਅਸਾਈਲਮ ਕੇਸਾਂ 'ਚ? ਹੁੰਦੀ ਆ ਜੀ, ਇਹ ਡਿਪੈਂਡ ਕੇਸ 'ਤੇ ਕਰਦਾ, ਹਰੇਕ ਕੇਸ 'ਚ ਨਹੀਂ ਹੁੰਦੀ ਅਪੀਲ 'ਚ। ਆਮ ਤੌਰ 'ਤੇ ਜਿਹੜਾ ਪਾਸਿੰਗ ਅਪਰੂਵਲ ਤੇ 50% ਹੁੰਦੀ ਆ, ਪਰ ਜੇ ਗਰਾਊਂਡ ਅਪੀਲ ਦਾ ਦੇਖਣਾ ਪੈਂਦਾ ਕੀ ਆ ਉਹਦੇ ਮੁਤਾਬਕ, ਜੇ ਇਹਨੂੰ ਠੀਕ ਤਰੀਕੇ ਨਾਲ ਪ੍ਰੈਜ਼ੈਂਟ ਕੀਤਾ ਜਾਵੇ ਅਤੇ ਗਰਾਊਂਡ ਅਪੀਲੇਬਲ ਹੋਵੇ ਤਾਂ ਉਹ ਜ਼ਰੂਰ ਪਾਸ ਹੋ ਜਾਂਦਾ। ਅਗਲਾ ਸਵਾਲ ਹੈ ਜੀ ਕਿ ਗਾਰਡੀਅਨਸ਼ਿਪ ਮੈਂ ਕਰ ਸਕਦਾ, ਮੇਰੀ 19 ਸਾਲ ਦੀ ਉਮਰ ਆ। ਹਾਂਜੀ, ਜਿਹੜੀ ਗਾਰਡੀਅਨਸ਼ਿਪ ਆ 21 ਸਾਲ ਤੋਂ ਘੱਟ ਉਮਰ ਜੇ ਹੋਵੇ ਤਾਂ ਕੋਈ ਵੀ ਕਰ ਸਕਦਾ, ਪਰ ਉਹਦੀਆਂ ਅੱਡ-ਅੱਡ ਸ਼ਰਤਾਂ ਹੁੰਦੀਆਂ ਨੇ। ਇਹਦੇ ਬਾਰੇ ਵੀ ਇੱਕ ਵੱਖਰਾ ਪ੍ਰੋਗਰਾਮ ਆਪਾਂ ਲੈ ਕੇ ਆਵਾਂਗੇ। ਕੋਈ ਕਾਫੀ ਇਹਦੇ ਬਾਰੇ ਹੁਣ ਸਵਾਲ ਪੁੱਛਦੇ ਆ ਲੋਕ। ਸਾਡੇ 3 ਗਾਰਡੀਅਨਸ਼ਿਪ ਦੇ ਕੇਸ ਆ ਪਿਛਲੇ ਮਹੀਨੇ ਦੇ ਵਿੱਚ ਅਪਰੂਵ ਹੋਏ ਆ, ਸੋ ਇਹਦੇ ਬਾਰੇ ਵੀ ਤੁਹਾਨੂੰ ਮੈਂ ਜਾਣਕਾਰੀ ਜ਼ਰੂਰ ਜਿਹੜੀ ਆ ਉਹ ਦਿਆਂਗਾ। ਦੂਜਾ ਹੈਗਾ ਜੀ ਕਿ ਪੋਲੀਟੀਕਲ ਅਸਾਈਲਮ ਦੇ ਕੇਸ ਪਾਸ ਹੁੰਦੇ ਆ, ਜ਼ਰੂਰ ਹੁੰਦੇ ਆ ਜੀ। ਆਪਣੇ ਕੇਸ ਪਾਸ ਹੋਏ ਆ, ਆਹ ਜਿਹੜਾ ਵੀਕ ਲੰਘਿਆ ਇਹਦੇ ਵਿੱਚ 2 ਕੇਸ ਪਾਸ ਹੋਏ ਆ, ਅਤੇ ਉਹਨਾਂ 'ਚ ਰੀਲੋਕੇਸ਼ਨ ਦਾ ਇਸ਼ੂ ਸੀਗਾ, ਲੇਕਿਨ ਉਹ ਅਸੀਂ ਫਿਰ ਉਹਨੂੰ ਕਿਸੇ ਤਰੀਕੇ ਨਾਲ ਟੈਕਲ ਕੀਤਾ, ਅਤੇ ਜਿਹੜੇ ਕੇਸ ਉਹਨਾਂ ਦੇ ਪਾਸ ਹੋਏ ਉਹਨਾਂ ਨੂੰ ਬਹੁਤ ਬਹੁਤ ਵਧਾਈ। ਸੋ ਕੇਸ ਹੋ ਰਹੇ ਆ ਪਾਸ, ਆਪਣੇ ਆਫਿਸ ਦੇ ਹੀ 2 ਕੇਸ ਇਸ ਵੀਕ 'ਚ ਪਾਸ ਹੋਏ ਆ। ਅਗਲਾ ਸਵਾਲ ਹੈ ਜੀ ਕਿ ਮੇਰਾ ਅਸਾਈਲਮ ਦਾ ਕੇਸ ਨਿਊਯਾਰਕ ਫੈਡਰਲ ਜਿਹੜਾ ਪਲਾਜ਼ਾ ਉੱਥੇ ਕੋਰਟ ਆ ਉੱਥੇ ਚੱਲ ਰਿਹਾ, ਅਤੇ ਮੈਂ ਆਪਣਾ ਐਡਰੈਸ ਆਲਬਨੀ ਸਿਟੀ ਦਾ ਦੇ ਦਿੰਦਾ, ਮੇਰੀ ਕੋਰਟ ਚੇਂਜ ਹੋਏਗੀ। ਇਹ ਡਿਪੈਂਡ ਕਰੇਗਾ ਜੀ, ਜੇ ਤੁਸੀਂ ਐਡਰੈਸ ਦਿੰਦੇ ਆ ਤੁਹਾਨੂੰ ਮੋਸ਼ਨ ਟੂ ਚੇਂਜ ਵੈਨਿਊ ਕਰਨਾ ਪਏਗਾ, ਕੋਰਟ ਨੂੰ ਇਨਫੋਰਮ ਕਰਨਾ ਪਏਗਾ ਮੇਰਾ ਕੇਸ ਚੇਂਜ ਕਰੋ, ਕੋਰਟ ਨੂੰ ਚੇਂਜ ਕਰ ਸਕਦੀ ਹੈ। ਅਗਲਾ ਸਵਾਲ ਹੈ ਜੀ ਕਿ ਮਾਸਟਰ ਹੀਅਰਿੰਗ ਕੀ ਹੁੰਦੀ ਹੈ? ਮਾਸਟਰ ਹੀਅਰਿੰਗ ਉਹਨੂੰ ਕਹਿੰਦੇ ਜਦੋਂ ਬੰਦਾ ਪੋਲੀਟੀਕਲ ਇੱਥੇ ਫੜਿਆ ਜਾਂਦਾ ਬਾਰਡਰ 'ਤੇ, ਉਹਦਾ ਕੇਸ ਇਮੀਗ੍ਰੇਸ਼ਨ ਕੋਰਟ 'ਚ ਭੇਜ ਦਿੰਦੇ ਆ, ਤਾਂ ਜਿਹੜੀ ਪਹਿਲੀ ਡੇਟ ਜੱਜ ਅੱਗੇ ਪੈਂਦੀ ਹੈ ਉਹਨੂੰ ਮਾਸਟਰ ਡੇਟ ਕਿਹਾ ਜਾਂਦਾ। ਉੱਥੇ ਜੱਜ ਪੁੱਛਦਾ ਵੀ ਕਿਉਂ ਅਮਰੀਕਾ 'ਚ ਰਹਿਣਾ, ਉਹਦੇ 'ਤੇ ਆਮ ਤੌਰ 'ਤੇ ਅਸਾਈਲਮ ਅਪਲਾਈ ਕੀਤਾ ਜਾਂਦਾ, ਉਹਨੂੰ ਕਹਿਣਾ ਪੈਂਦਾ ਕਿ ਅਸੀਂ ਅਸਾਈਲਮ ਲੈਣਾ, ਉਹ ਅਪਲਾਈ ਕਰਨਾ, ਅਸਾਈਲਮ ਵਿਥਹੋਲਡਿੰਗ ਅਤੇ ਕੈਟ ਦੀ ਜਿਹੜੀ ਹੈਗੀ ਆ ਐਪਲੀਕੇਸ਼ਨ, ਉਹ ਫਿਰ ਅਪਲਾਈ ਕੀਤੀ ਜਾਂਦੀ ਆ, ਅਤੇ ਉਹਦੀ ਬੇਸ 'ਤੇ ਫਿਰ ਅੱਗੇ ਫਾਈਨਲ ਡੇਟ ਮਿਲਦੀ, ਉਹਨੂੰ ਇੰਡੀਵਿਜੂਅਲ ਡੇਟ ਕਹਿੰਦੇ ਆ। ਸੋ ਪਹਿਲੀ ਹੀਅਰਿੰਗ ਨੂੰ ਮਾਸਟਰ ਡੇਟ ਜਿਹੜਾ ਉਹ ਕਿਹਾ ਜਾਂਦਾ। ਅਗਲਾ ਸਵਾਲ ਹੈ ਜੀ ਕਿ UK ਤੋਂ ਜੇ ਕੋਈ ਮੈਕਸੀਕੋ ਰਾਹੀਂ ਆਵੇ ਕੋਈ ਪ੍ਰੋਬਲਮ ਤਾਂ ਨਹੀਂ? ਇਹ ਡਿਪੈਂਡ ਕਰਦਾ ਜੀ, ਆ ਤਾਂ ਕੋਈ ਵੀ ਸਕਦਾ ਵੀ UK 'ਚ ਕੀ ਵੀਜ਼ਾ ਸੀ, ਜੇ ਉੱਥੇ ਸਟੂਡੈਂਟ ਵਗੈਰਾ ਸੀ ਜਾਂ PR ਨਹੀਂ ਸੀ, ਜਿਵੇਂ ਕਈ ਬੰਦੇ ਵਿਜ਼ਟਰ ਸਟੂਡੈਂਟ, ਉਹਨਾਂ ਨੂੰ ਤਾਂ ਕੋਈ ਨਹੀਂ, ਉਹ ਇੱਥੇ ਆ ਕੇ ਅਸਾਈਲਮ ਕਰ ਸਕਦੇ ਜੇ ਅਸਾਈਲਮ ਦਾ ਕੇਸ ਬਣਦਾ, ਪਰ ਜੇ PR ਹੋਵੇ ਇੰਗਲੈਂਡ ਦੀ, ਉਹਨੂੰ ਥੋੜ੍ਹਾ ਜਿਹਾ ਜਿਹੜਾ ਹੈਗਾ ਉਹ ਮੁਸ਼ਕਿਲ ਹੋ ਜਾਂਦਾ। ਅਗਲਾ ਜਿਹੜਾ ਸਵਾਲ ਹੈ ਜੀ ਉਹ ਇਹ ਹੈਗਾ ਕਿ ਤੁਸੀਂ ਸਾਨੂੰ ਇਹ ਦੱਸੋ ਕਿ ਜਿਹੜੇ ਲੋਕ ਹੈਗੇ ਆ ਉਹ ਬਾਰਡਰ 'ਤੇ ਜਿਹੜੇ ਕ੍ਰੋਸ ਕਰਕੇ ਆ ਰਹੇ ਆ, ਉਹਨਾਂ ਨੂੰ ਐਂਟਰੀ ਮਿਲ ਰਹੀ ਆ ਅਤੇ ਉਹਨਾਂ ਦੇ ਅਸਾਈਲਮ ਦੇ ਕੇਸ ਲੱਗ ਰਹੇ। ਮੈਂ ਦੱਸ ਕੇ ਹਟਿਆ ਜੀ ਕਿ ਐਂਟਰੀ ਮਿਲ ਰਹੀ ਆ, ਲੋਕ ਆ ਰਹੇ ਆ, ਅਸਾਈਲਮ ਦੇ ਕੇਸ ਲੱਗ ਵੀ ਰਹੇ ਆ ਅਤੇ ਪਾਸ ਵੀ ਹੋ ਰਹੇ ਆ। ਉਦੋਂ ਬਾਅਦ ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਆ ਕਿ ਮਿਸੀਸਿਪੀ 'ਚ ਰਹਿ ਰਹੇ ਆ, ਕੈਲੀਫੋਰਨੀਆ ਕੇਸ ਲੱਗ ਸਕਦਾ ਕਿ ਨਹੀਂ? ਕੇਸ ਉੱਥੇ ਲੱਗਦਾ ਇੱਥੇ ਬੰਦਾ ਰਹਿ ਰਿਹਾ ਹੋਵੇ, ਸੋ ਤੁਹਾਡਾ ਕੇਸ ਮਿਸੀਸਿਪੀ ਲੱਗੇਗਾ। ਜੇ ਤੁਸੀਂ ਕੈਲੀਫੋਰਨੀਆ ਲਾਣਾ ਹੈ ਤੁਹਾਨੂੰ ਕੈਲੀਫੋਰਨੀਆ ਮੂਵ ਹੋਣਾ ਪਏਗਾ, ਕਿਉਂਕਿ ਜਿਸ ਸਟੇਟ ਦੇ ਵਿੱਚ ਤੁਸੀਂ ਕੇਸ ਲਾਣਾ ਉਹਦੀ ਜਿਹੜੀ ਜੂਰਿਸਡਿਕਸ਼ਨ ਹੈਗੀ ਆ ਉਹਦੇ ਵਿੱਚ ਤੁਹਾਨੂੰ ਮੂਵ ਜਿਹੜਾ ਉਹ ਹੋਣਾ ਪੈਂਦਾ। ਸੋ ਇਹ ਸੀ ਜੀ ਤੁਹਾਡੇ ਸਵਾਲਾਂ ਦੇ ਜਵਾਬ। ਆਸ ਹੈ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੇ ਹਫਤੇ ਫੇਰ ਮਿਲਾਂਗੇ ਇਸੇ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ।